ਅਸੀਂ ਪਿਛਲੇ ਐਪੀਸੋਡ ਦੇ ਵਿੱਚ ਜਾਣਿਆ ਕਿ ਕਿਵੇਂ ਸਿੱਖ ਗੁਰੂਆਂ ਨੂੰ ਮਾਡਰਨ ਟਰਮਸ ਦੇ ਵਿੱਚ ਡਿਫਾਈਨ ਕੀਤਾ ਗਿਆ। ਅਸੀਂ ਛੋਟੇ ਹੁੰਦੇ ਤੋਂ ਹੀ ਸੁਣਦੇ ਆਏ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਬਾਰ-ਬਾਰ ਇਹ ਪ੍ਰਚਾਰਿਆ ਜਾਂਦਾ ਸੀ ਕਿ ਗੁਰੂ ਸਾਹਿਬ ਹਿੰਦ ਦੀ ਚਾਦਰ ਸਨ। ਇਹ ਪ੍ਰਚਾਰ ਇੰਨਾ ਪ੍ਰਚੰਡ ਅਤੇ ਪ੍ਰਬਲ ਸੀ ਕਿ ਸਾਡੀਆਂ ਸਿੱਖ ਸੰਸਥਾਵਾਂ ਵੀ ਇਸ ਦੇ ਪਿੱਛੇ ਲੁਕੇ ਹੋਏ ਰਾਜ ਨੂੰ ਨਹੀਂ ਸਮਝ ਸਕੀਆਂ। ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮਕਾਲੀ ਕਵੀ ਸੈਨਾਪਤ ਜੋ ਕਿ 52 ਕਵੀਆਂ ਦੇ ਵਿੱਚੋਂ ਵੀ ਆਉਂਦੇ ਨੇ, ਸਾਨੂੰ ਇਹ ਜਾਣਨਾ ਪਵੇਗਾ ਕਿ ਉਹ ਗੁਰੂ ਸਾਹਿਬ ਦੇ ਲਈ ਕੀ ਕਹਿੰਦੇ ਸਨ। ਉਹਨਾਂ ਨੇ ਕਿਹਾ ਸੀ, ਪ੍ਰਗਟ ਭਏ ਸ਼੍ਰੀ ਤੇਗ ਬਹਾਦਰ ਸਗਲ ਸ੍ਰਿਸ਼ਟ ਮੈਂ ਢਾਪੀ ਚਾਦਰ। ਹੁਣ ਸਵਾਲ ਇੱਥੇ ਇਹ ਹੈ ਕਿ ਕਵੀ ਸੈਨਾਪਤ ਗੁਰੂ ਸਾਹਿਬ ਨੂੰ ਸਗਲ ਸ੍ਰਿਸ਼ਟ ਮੈਂ ਢਾਪੀ ਚਾਦਰ ਕਹਿ ਰਹੇ ਨੇ, ਪਰ ਦੂਜੇ ਬੰਨੇ ਜੋ ਪ੍ਰਚਾਰਿਆ ਗਿਆ ਗੁਰੂ ਸਾਹਿਬ ਨੂੰ ਇੱਕ ਛੋਟੇ ਝਰੋਖੇ ਦੇ ਵਿੱਚੋਂ ਦੇਖ ਕੇ ਸਿਰਫ ਇੱਕ ਰਾਸ਼ਟਰ ਦੇ ਵਿੱਚ ਹੀ ਰਹਿਣ ਦਿੱਤਾ ਗਿਆ, ਉਹਨਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਪ੍ਰਚਾਰਿਆ ਗਿਆ। ਜਦੋਂ ਅਸੀਂ ਇਸ ਤਰ੍ਹਾਂ ਦਾ ਪ੍ਰਚਾਰ ਦੇਖਦੇ ਹਾਂ, ਇੱਦਾਂ ਦੀਆਂ ਸਾਡੇ ਕੋਲ ਹਜ਼ਾਰਾਂ ਐਗਜ਼ਾਮਪਲਸ ਮਿਲ ਜਾਂਦੀਆਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਕਿਵੇਂ ਕੀਤੀ ਗਈ। ਹੁਣ ਜਿਵੇਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਕਿੰਨੇ ਗਲਤ ਰੰਗ ਦਿੱਤੀ ਹੈ ਕਿ ਹਿੰਦੂ ਧਰਮ ਦੀ ਰੱਖਿਆ ਲਈ। ਇਹ ਤਾਂ ਗੱਲ ਬਹੁਤ ਹੀ, ਉਹਨਾਂ ਨੂੰ ਹਿੰਦੂ ਧਰਮ ਦੀ ਰੱਖਿਆ ਦਾ ਕੀ ਸਰੋਕਾਰ ਹੋ ਸਕਦਾ ਜਿਹੜੇ ਬੰਦੇ ਉਹ ਸਾਰੀਆਂ ਚੀਜ਼ਾਂ ਨੂੰ ਸਿਧਾਂਤਕ ਪੱਧਰ ਤੇ ਕੱਟਦੇ ਤੁਰੇ ਆਉਂਦੇ ਹੈ। ਉਹ ਹਿੰਦੂ ਧਰਮ ਦੀ ਗੱਲ ਨਹੀਂ ਸੀ, ਗੱਲ ਇਹ ਸੀ ਕਿ ਜਿਹੜੀ ਹੈਗੀ ਹੈ ਫਰੀडम ਆਫ ਪ੍ਰੋਫੈਸ਼ਨ, ਕਿ ਕਿਹੜੇ ਬੰਦੇ ਨੇ ਕਿਹੜਾ ਧਰਮ ਚੂਜ਼ ਮੰਨਣਾ ਹੈ, ਇਹ ਬੰਦੇ ਦੀ ਆਪਦੀ ਆਜ਼ਾਦੀ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਨੂੰ ਸਿਰਫ ਇੱਕ ਧਰਮ ਦੇ ਨਾਲ ਜੋੜਨ ਦੇ ਲਈ ਇਹ ਗੱਲ ਜਿਹੜੀ ਹੈ ਵੱਡੇ ਪੱਧਰ ਦੇ ਉੱਤੇ ਪ੍ਰਚਾਰੀ ਗਈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਐਗਜ਼ਾਮਪਲ ਸਾਨੂੰ ਮਿਲ ਜਾਂਦੇ ਨੇ ਜਿਸ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੁਰੂ ਨਾਨਕ ਸਾਹਿਬ ਤੋਂ ਵੱਖ ਕਰਕੇ ਪ੍ਰਚਾਰਿਆ ਜਾਂਦਾ ਹੈ, ਜਿਸ ਦੇ ਪਿੱਛੇ ਮੂਲ ਸਿਧਾਂਤ ਇਹ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਸ਼ਾਖਾ ਦੇ ਵਜੋਂ ਹੀ ਜੋੜਿਆ ਜਾਵੇ। ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਦੇ ਵਿੱਚ ਜਿੱਥੇ ਲੇਖਕਾਂ ਅਤੇ ਵਿਦਵਾਨਾਂ ਨੇ ਪੂਰੀ ਵਾਹ ਲਾਈ, ਉੱਥੇ ਲੀਡਰਾਂ ਨੇ ਵੀ ਘੱਟ ਨਹੀਂ ਕੀਤੀ। ਭਾਰਤੀ ਜਨਤਾ ਪਾਰਟੀ ਦੇ ਮੁੱਖ ਲੀਡਰ ਰਹਿ ਚੁੱਕੇ ਲਾਲ ਕ੍ਰਿਸ਼ਨ ਅਡਵਾਨੀ ਆਪਣੀ ਪੁਸਤਕ ਮਾਈ ਕੰਟਰੀ ਮਾਈ ਲਾਈਫ ਵਿੱਚ ਲਿਖਦੇ ਹਨ, 300 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਦੀ ਸਾਜਨਾ ਹਿੰਦੂ ਧਰਮ ਦੀ ਰੱਖਿਆ ਲਈ ਕੀਤੀ ਗਈ। ਉਹਨਾਂ ਨੇ ਸਿੱਖਾਂ ਨੂੰ ਵੱਖਰੇ ਧਰਮ ਵਜੋਂ ਵੀ ਨਹੀਂ ਸਵੀਕਾਰਿਆ। ਹੁਣ ਅਡਵਾਨੀ ਜੀ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਹਿੰਦੂ ਧਰਮ ਦੀ ਰੱਖਿਆ ਲਈ ਕੀਤੀ, ਤਾਂ ਫਿਰ ਹਿੰਦੂ ਪਹਾੜੀ ਰਾਜੇ ਕਿਉਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੰਗਾਂ ਕਰਦੇ ਸਨ? ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਲੜੀਆਂ ਗਈਆਂ 14 ਜੰਗਾਂ ਵਿੱਚੋਂ 12 ਤੋਂ ਜ਼ਿਆਦਾ ਜੰਗਾਂ ਪਹਾੜੀ ਰਾਜਿਆਂ ਦੇ ਨਾਲ ਹੀ ਹੋਈਆਂ। ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਤੋਂ ਲੈ ਕੇ ਚਮਕੌਰ ਦੀ ਜੰਗ ਵੇਲੇ ਤੱਕ ਪਹਾੜੀ ਰਾਜੇ ਮੁਗਲਾਂ ਦੇ ਨਾਲ ਰਲ ਕੇ ਗੁਰੂ ਸਾਹਿਬ ਤੇ ਹਮਲਾ ਕਰਦੇ ਰਹੇ। ਦੁਨੀਆ ਦੇ ਸਾਰੇ ਇਨਕਲਾਬ ਬੁੱਧੀਮਾਨ ਵਰਗ ਦੇ ਸਿਰ ਤੇ ਲੜੇ ਜਾਂਦੇ ਹਨ, ਕਿਉਂਕਿ ਬੁੱਧੀਮਾਨ ਵਰਗ ਨੇ ਹਰੇਕ ਸੰਘਰਸ਼ ਦੀ ਅਗਵਾਈ ਕਰਨੀ ਹੁੰਦੀ ਹੈ। ਪਰ ਪੰਜਾਬ ਦੇ ਵਿੱਚ 1984 ਤੋਂ ਬਾਅਦ ਜੋ ਸਿੱਖ ਸੰਘਰਸ਼ ਚੱਲਿਆ, ਉਸ ਦੇ ਵਿੱਚ ਬਹੁਤਾਤ ਬੁੱਧੀਮਾਨ ਵਰਗ ਜਾਂ ਤੇ ਸਟੇਟ ਦੇ ਨਾਲ ਖੜਾ ਸੀ ਜਾਂ ਫਿਰ ਚੁੱਪ ਸੀ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਉਹ ਕਿਹੜੀ ਤਾਕਤ ਸੀ ਜਿਸ ਨਾਲ ਪੰਜਾਬ ਵਿੱਚ ਸੰਘਰਸ਼ ਇੰਨਾ ਚਿਰ ਕੱਢ ਗਿਆ। ਆਰਮਡ ਫੋਰਸਿਸ ਰਾਹੀਂ ਸਿੱਖਾਂ ਦੇ ਸਰੀਰਾਂ ਤੇ ਕਾਬੂ ਪਾਉਣ ਦੀ ਪ੍ਰਕਿਰਿਆ ਤੇ 1984 ਵਿੱਚ ਹੀ ਸ਼ੁਰੂ ਹੋ ਗਈ ਸੀ, ਪਰ ਇਸ ਨਾਲ ਵੀ ਸਿੱਖ ਸੰਘਰਸ਼ ਰੁਕਿਆ ਨਹੀਂ ਸੀ। ਸਿੱਖਾਂ ਦੇ ਦਿਮਾਗਾਂ ਨੂੰ ਕਾਬੂ ਪਾਉਣ ਦੇ ਲਈ ਜੋ ਨੀਤੀ ਵਰਤੀ ਗਈ, ਉਸ ਨੂੰ ਸਿਧਾਂਤਕ ਘੇਰਾਬੰਦੀ ਦਾ ਨਾਮ ਦਿੱਤਾ ਗਿਆ ਹੈ। ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੜ ਰਹੇ ਸੀਗੇ ਉਦੋਂ ਇਸ ਤਾਂ ਦੇਖਿਆ ਨਾ, ਉਹਨਾਂ 'ਚ ਜਿਹੜਾ ਜਜ਼ਬਾ ਸੀ, ਹੋਰ ਕੁਛ ਨਹੀਂ ਪਤਾ। ਉਹਨਾਂ ਨੂੰ ਸਿਰਫ ਇਹ ਪਤਾ ਹੈ ਵੀ ਸਾਡੇ ਗੁਰੂ 'ਤੇ ਹਮਲਾ ਹੋ ਗਿਆ, ਸਾਡੇ ਗੁਰੂ ਘਰ 'ਤੇ ਹਮਲਾ ਹੋ ਗਿਆ ਅਤੇ ਸਾਡਾ ਜਿਉਣਾ ਹਰਾਮ ਹੈ ਜੇ ਅਸੀਂ ਗੁਰੂ ਦੀ ਰੱਖਿਆ ਨਹੀਂ ਕਰ ਸਕਦੇ। ਇਹ ਗੱਲ ਪੁਰਾਤਨ ਕਿਤੇ ਪਈ ਸੀ ਹੈ। ਉਹਨਾਂ ਵਾਸਤੇ ਦੇਸ਼ ਵੱਡਾ ਨਹੀਂ ਸੀ, ਇਹ ਸਿਰਫ ਪੜ੍ਹੇ ਲਿਖੇ ਸੈਕਸ਼ਨ ਨੂੰ ਬਿਮਾਰੀ ਲੱਗੀ ਸੀ। ਉਹਨਾਂ ਦੇ ਮਨਾਂ 'ਚ ਤਾਂ ਉਹ ਪੁਰਾਣੀਆਂ ਗੱਲਾਂ ਹੀ ਅਜੇ ਪਈਆਂ ਸੀਗੀਆਂ। ਸੋ ਉਹਨਾਂ ਨੂੰ ਬਹੁਤ ਹੀ ਪਤਾ ਨਹੀਂ ਸੀਗਾ ਸਾਰੀ ਸਟੇਟ ਕੀ ਹੈ, ਕਿਹੋ ਜਿਹਾ ਹਥਿਆਰ ਵਰਤ ਰਹੀ ਹੈ। ਉਹ ਤਾਂ ਜਿਵੇਂ ਨੰਗੇ ਧੜ ਲੜੇ ਨੇ ਬਸ। ਸੋ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ, ਜਿੱਥੇ ਕਲਾ ਵਰਤੀ ਹੈ। ਜਿਵੇਂ ਵੀ ਅੱਜ ਮਾਡਰਨ ਟਾਈਮ ਦੇ ਵਿੱਚ ਇੱਕ ਇਹੋ ਜਿਹੀ ਸਟੇਟ ਜਿਹਦੇ ਕੋਲ ਇੰਨੇ ਸਾਧਨ ਹੈ, ਮੀਡੀਏ ਤੋਂ ਲੈ ਕੇ ਤੇ ਬਾਕੀ ਆਰਮਡ ਫੋਰਸਿਸ ਇੰਨੀਆਂ ਹੋਣ, ਉਹਦੇ ਖਿਲਾਫ ਫਿਰ ਪੰਜਾਬ ਦੇ ਵਿੱਚ ਕੋਈ ਪਹਾੜ ਨਹੀਂ, ਕੋਈ ਜੰਗਲ ਨਹੀਂ, ਕੋਈ ਇਹੋ ਜਿਹਾ ਇਲਾਕਾ ਨਹੀਂ ਜਿੱਥੇ ਤੁਸੀਂ ਗੁਰੀਲਾ ਵਾਰਫੇਅਰ ਲੜ ਸਕੋ। ਸੋ ਜੇ ਇੰਨਾ ਚਿਰ ਇਹ ਲੜਾਈ ਦਿੱਤੀ ਜਾ ਸਕੀ ਹੈ ਬਿਨਾਂ ਵਿਦਵਾਨਾਂ ਤੋਂ,
ਬਿਨਾਂ ਲੀਡਰਸ਼ਿਪ ਤੋਂ। ਉਹ ਇਹ ਵੇ ਕਿ ਕੌਮ ਦੇ ਵਿੱਚ ਜਜ਼ਬਾ ਬਹੁਤ ਸੀ। ਉਹ ਜਜ਼ਬਾ ਜਦੋਂ ਜਾਗਦਾ ਹੈ ਨਾ, ਉਹ ਅਜੇ ਵੀ ਹੈ। ਆਮ ਹਾਲਤ 'ਚ ਡੋਰਮੈਂਟ ਪਿਆ ਰਹਿੰਦਾ ਹੁੰਦਾ। ਇੱਕ ਕਿਸੇ ਖਾਸ ਸਿਚੁਏਸ਼ਨ 'ਚ ਜਦੋਂ ਉਹ ਜਾਗਦਾ ਹੈ, ਫਿਰ ਉਹ ਬਹੁਤ ਚਮਤਕਾਰ ਵੀ ਕਰ ਸਕਦਾ। ਸੋ ਇਹ ਤਾਂ ਇੱਕ ਚਮਤਕਾਰ ਹੀ ਸੀ, ਸਮਝ ਲਓ। ਸੋ ਇਹਦੇ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਰੋਲ ਬਹੁਤ ਵੱਡਾ ਸੀਗਾ ਕਿ ਉਹਨੇ, ਜੇ ਉਹ ਨਾ ਹੁੰਦੇ, ਦਰਬਾਰ ਸਾਹਿਬ 'ਤੇ ਹਮਲਾ ਵੀ ਹੋ ਜਾਂਦਾ ਭਾਵੇਂ, ਸ਼ਾਇਦ ਕੌਮ ਇੰਨਾ ਨਾ ਜਾਏ। ਉਹਨਾਂ ਨੇ ਗਰਾਊਂਡ ਤਿਆਰ ਕਰਤੀ ਸੀ ਅਤੇ ਉਹਨਾਂ ਦਾ ਮਕਸਦ ਵੀ, ਜਦੋਂ ਉਹ ਆਏ ਸੀਗੇ ਧਰਮ ਯੁੱਧ ਸ਼ਾਮਲ ਹੋਣ, ਅਸੀਂ ਕਈ ਵਾਰ ਸੰਤ ਜਰਨੈਲ ਸਿੰਘ ਨੂੰ ਬੜਾ ਰਿਡਿਊਸ ਕਰ ਲੈਂਦੇ ਹਾਂ ਕਿ ਉਹ ਆਹ ਚਾਹੁੰਦੇ ਸੀ, ਉਹ ਆਹ ਚਾਹੁੰਦੇ ਸੀ। ਤੁਸੀਂ ਜੇ ਉਹਨਾਂ ਦੀਆਂ ਸਾਰੇ ਧਰਮ ਯੁੱਧ ਮੋਰਚੇ ਵਿੱਚ ਉਹਨਾਂ ਦੇ ਦੇਖੋ, ਸਪੀਚਾਂ ਤੋਂ ਲੈ ਕੇ, ਉਹਨਾਂ ਦੇ ਇੰਟਰਵਿਊਜ਼ ਤੋਂ ਲੈ ਕੇ, ਉਹ ਕਿਤੇ ਵੀ ਆਪਦਾ ਪੋਲੀਟੀਕਲ ਓਬਜੈਕਟਿਵ ਸਪਸ਼ਟ ਨਹੀਂ ਰੱਖ ਰਹੇ, ਕਿਉਂਕਿ ਉਹਦੇ ਵਾਸਤੇ ਪੋਲੀਟੀਕਲ ਓਬਜੈਕਟਿਵ ਸੈਕੰਡਰੀ ਸੀ, ਅਨਇੰਪੋਰਟੈਂਟ ਸੀ। ਇਹ ਤਾਂ ਮਾਡਰਨ ਬੰਦਿਆਂ ਦਾ ਨਾ, ਵੀ ਪਹਿਲਾਂ ਪੋਲੀਟੀਕਲ ਓਬਜੈਕਟਿਵ ਰੱਖੋ, ਐਵਰੀਥਿੰਗ, ਸਭ ਕੁਛ, ਫਿਰ ਉਹਨੂੰ ਸਮਰਪਿਤ ਕਰੋ। ਉਹਦੇ ਵਾਸਤੇ ਧਰਮ ਸੀ ਵੱਡੀ ਗੱਲ। ਉਹਨੇ ਜਦੋਂ ਦੇਖਿਆ ਕਿ ਸਾਡੇ 'ਚ ਤਾਂ ਉਹ ਧਾਰਮਿਕ ਜਜ਼ਬੇ ਹੀ ਖਤਮ ਹੋ ਗਏ। ਸੋ ਜਿਵੇਂ ਸਾਨੂੰ ਸਿਰਜਿਆ ਗਿਆ ਸੀ, ਮਤਲਬ ਉਹ ਜਜ਼ਬਾ ਜਿਹੜਾ ਜਦੋਂ ਦਸਮ ਪਾਤਸ਼ਾਹ ਨੇ ਤੇ ਬਿਆਨ 'ਚੋਂ ਖਿੱਚੀ ਹੋਊ, ਜਦੋਂ ਸੀਸ ਮੰਗਿਆ ਹੋਊ, ਜਿਹੜਾ ਉਹ ਜਜ਼ਬਾ ਸੀ ਉਦਣ, ਉਹਨੂੰ ਤਾਂ ਉਹ ਹੌਂਟ ਕਰ ਰਿਹਾ ਸੀ ਸੰਤਾਂ ਨੂੰ, ਵੀ ਉਹ ਜਜ਼ਬਾ ਮਰ ਗਿਆ ਸਾਡੇ 'ਚੋਂ, ਵੀ ਮੈਂ ਉਹ ਜਜ਼ਬਾ ਪੈਦਾ ਕਰਨਾ ਹੈ। ਬਾਕੀ ਗੱਲਾਂ ਤਾਂ ਬਹਾਨੇ ਬਣੇ, ਅਨੰਦਪੁਰ ਦਾ ਮਤਾ, ਆਹ ਮੰਗ, ਉਹਦੀ ਗ੍ਰਿਫਤਾਰੀ, ਇਹ ਤਾਂ ਚੱਲਣੀਆਂ ਹੁੰਦੀਆਂ ਸਟਰਗਲ ਦੇ ਵਿੱਚ। ਤੁਹਾਡਾ ਅਲਟੀਮੇਟ ਜਿੱਥੇ ਤੁਸੀਂ, ਤੁਹਾਡੀ ਸ਼ਿਸ਼ਤ ਟਿਕੀ ਹੋਈ ਆ, ਨਿਸ਼ਾਨਾ, ਉਹ ਤਾਂ ਸੰਤ ਭਿੰਡਰਾਂਵਾਲੇ ਦਾ ਇਹ ਸੀ ਕਿ ਮੈਂ ਕੌਮ ਦੇ ਵਿੱਚ ਮੁੜ ਕੇ ਫੇਰ ਹੋ ਜਾਵਾਂ, ਜਿਹਨੂੰ ਕਹਿ ਲਓ ਬੈਕ ਟੂ ਦੀ ਬੇਸਿਕਸ। ਉਹ ਤਾਂ ਉੱਥੇ ਲਿਜਾਣਾ ਚਾਹੁੰਦਾ ਸੀ ਕੌਮ ਨੂੰ, ਅਤੇ ਉਹਦੇ 'ਚ ਸਫਲ ਹੋਇਆ। ਸਮਾਂ ਬੜਾ ਥੋੜ੍ਹਾ ਸੀ। ਅੱਜ ਕਈ ਬੰਦੇ ਉੱਠ ਕੇ ਕਹਿ ਦਿੰਦੇ ਆ ਜੀ ਉਹਦੀ ਕੀ ਪ੍ਰਾਪਤੀ ਹੋਈ, ਮੁੜ ਕੇ ਟਕਸਾਲ ਵੀ ਕਿੱਥੇ ਗਈ, ਜੇ ਹੋ ਗਿਆ, ਵੋ ਹੋ ਗਿਆ। ਇਹ ਕੋਈ ਪੱਕੇ ਇੰਤਜ਼ਾਮ ਨਹੀਂ ਹੁੰਦੇ। ਕਿੱਥੇ ਨਿੱਘਰੀ ਪਈ ਕੌਮ ਨੂੰ ਕਿੱਡੀ ਵੱਡੀ ਲੜਾਈ 'ਚ ਉਭਾਰ ਲੈਣਾ, ਅਤੇ ਜਿਹੜੇ ਬੰਦੇ ਮੋਨੇ ਫਿਰਦੇ ਸੀ, ਜਿਹੜੇ ਕਾਮਰੇਡ ਬਣ ਗਏ ਸੀ, ਕਿਵੇਂ ਦਿਨਾਂ ਦੇ ਵਿੱਚ ਹੀ ਸਭ ਕੁਛ ਬਦਲਿਆ। ਇਹ ਕੋਈ ਛੋਟੀ ਪ੍ਰਾਪਤੀ ਥੋੜ੍ਹਾ ਹੈ। ਅਤੇ ਅੱਜ ਵੀ ਜਿਹੜੇ ਬੰਦੇ ਕਈ ਵਾਰ ਜ਼ਿਆਦਾ ਨੈਗੇਟਿਵ ਚੀਜ਼ਾਂ ਨੂੰ ਦੇਖਦੇ ਨਾ, ਵੀ ਕੀ ਆ ਕੌਮ ਕੋਲ, ਕੁਛ ਨਹੀਂ, ਇਹੀ ਜਿਹੀ ਗੱਲ ਨਹੀਂ। ਮਤਲਬ ਜੋ ਚੇਤਨਾ ਉਹ ਦੇ ਗਏ, ਜੋ ਚੇਤਨਾ ਕੌਮ ਨੇ ਗ੍ਰਹਿਣ ਕਰ ਲਈ, ਅੱਜ ਦੁਸ਼ਮਣ ਦਾ ਹਰ ਹਮਲਾ, ਭਾਵੇਂ ਉਹ ਜਿਸਮਾਨੀ ਲੈਵਲ 'ਤੇ ਹੈ, ਭਾਵੇਂ ਉਹ ਬੌਧਿਕ ਲੈਵਲ 'ਤੇ ਹੈ, ਉਹ ਅਨਕੰਟੈਸਟਡ ਅਤੇ ਅਨਚੈਲੰਜ ਨਹੀਂ ਜਾ ਰਿਹਾ, ਵੀ ਉਹਦੇ ਖਿਲਾਫ ਕੋਈ ਗੱਲ ਹੀ ਨਾ ਉੱਠੇ। ਅੱਗੇ ਇਹ ਚੱਲਦਾ ਹੁੰਦਾ ਸੀ, ਬੰਦਿਆਂ ਨੂੰ ਪਤਾ ਹੀ ਨਹੀਂ ਸੀ ਕੁਛ ਹੁੰਦਾ, ਵੀ ਜੋ ਉਹਨਾਂ ਨੇ ਕਰਤਾ ਬਸ ਠੀਕ। ਹੁਣ ਹਰ ਗੱਲ 'ਤੇ ਲਕੀਰਾਂ ਖਿੱਚੀਆਂ ਜਾਂਦੀਆਂ, ਪੋਜੀਸ਼ਨਾਂ ਲਈਆਂ ਜਾਂਦੀਆਂ, ਅਤੇ ਵਿਰੋਧ ਹੁੰਦਾ ਹੈ, ਕਿਤੇ ਥੋੜ੍ਹਾ, ਕਿਤੇ ਬਹੁਤਾ। ਸੋ ਇਸ ਕਰਕੇ ਇਹ ਸੰਤ ਜਰਨੈਲ ਸਿੰਘ ਦੀ ਇਹ ਇੱਕ ਪ੍ਰਾਪਤੀ ਸੀ। ਸੋ ਇਹ ਸੀਗਾ ਸਾਰਾ ਇੱਕ, ਕਹਿ ਲਓ, ਪ੍ਰਸੰਗ, ਜਿਹਦੇ ਵਿੱਚ ਮੈਨੂੰ ਲੱਗਿਆ ਕਿ ਇਹ ਜਿਹੜੀ ਗੱਲ ਹੈ ਕਿ ਗਿਆਨ ਕਿਵੇਂ ਇੱਕ ਟੂਲ ਬਣਦਾ ਹੈ ਡੋਮੀਨੇਸ਼ਨ ਦਾ, ਅਪਾਰਟ ਫਰਾਮ ਆਰਮਡ ਮਾਈਟ। ਇਕੱਲੇ ਖੌਫ ਨਾਲ ਰਾਜ ਨਹੀਂ ਹੁੰਦਾ। ਅੱਜ ਕੱਲ੍ਹ ਖੌਫ ਵੀ ਬਹੁਤ ਵੱਡਾ ਰੋਲ ਹੈ, ਵੀ ਆਰਮਡ ਫੋਰਸਿਸ ਦਾ, ਕਾਨੂੰਨ ਦਾ, ਉਹ ਸਾਰਾ ਡਰ ਪੈਦਾ ਕਰਦੇ ਨੇ, ਪਰ ਇਕੱਲਾ ਉਹ ਨਹੀਂ, ਬੰਦੇ ਵਿਲਿੰਗਲੀ ਐਕਸੈਪਟ ਕਰਦੇ ਆ। ਜਿਹੜੀਆਂ ਨੈਸ਼ਨਲਿਸਟਿਕ ਲਹਿਰਾਂ, ਉਹਨਾਂ ਵਿੱਚ ਆਮ ਤੌਰ 'ਤੇ ਤਾਂ ਬੁੱਧੀਮਾਨ ਵਰਗ ਹੀ ਸਾਹਮਣੇ ਆਉਂਦਾ ਹੁੰਦਾ, ਕਿਉਂਕਿ ਜਿਹੜਾ ਲੇਮੈਨ ਹੈਗਾ, ਉਹਨੂੰ ਨੈਸ਼ਨਲਿਜ਼ਮ ਦੀਆਂ ਜਾਂ ਜਿਹੜੀਆਂ ਕੌਮੀ ਮੁਕਤੀ ਦੀਆਂ ਲਹਿਰਾਂ, ਉਹਦੀਆਂ ਜਿਹੜੀਆਂ ਵੱਡੇ ਸਿਨੈਰੀਓ 'ਚ ਟਰਮਸ ਐਂਡ ਕੰਡੀਸ਼ਨ ਤਾਂ ਨਹੀਂ ਪਤਾ ਹੁੰਦਾ। ਜਿਹੜੀਆਂ ਸਿਧਾਂਤਕ ਲੀਹਾਂ ਨੇ ਕਿਸੇ ਵੀ ਕੌਮ ਦੇ ਮੁਕਤੀ ਸੰਘਰਸ਼ ਦੀਆਂ, ਉਹ ਤਾਂ ਬੁੱਧੀਮਾਨਾਂ ਨੇ ਹੀ ਤੈਅ ਕਰਨੀਆਂ ਹੁੰਦੀਆਂ ਨੇ। ਅਤੇ ਪੂਰੀ ਦੁਨੀਆ ਵਿੱਚ ਜਿਹੜੇ ਨੈਸ਼ਨ, ਚਾਹੇ ਅਰਮੀਨੀਆ ਦਾ ਹੋਵੇ, ਚਾਹੇ ਈਵਨ ਜਰਮਨ ਦਾ, ਦੇਖੋ ਹੁਣ ਜਰਮਨ ਕੌਮ ਦਾ ਜਿਹੜਾ ਉਭਾਰ ਹੈ ਆਫਟਰ ਹਿਟਲਰ ਐਂਡ ਸਟਾਲਿਨ ਤੋਂ, ਜਾਂ ਉਹਨਾਂ ਤੋਂ ਨਾ, ਉਹ ਤੋਂ ਬਾਅਦ ਉਹ ਬੁੱਧੀਮਾਨਾਂ ਨੇ ਜਿਸ ਕਿਤਾਬ, ਜਾਂ ਜਿਹੜਾ 1899 ਦਾ ਫਰੈਂਚ ਰੈਵੋਲਿਊਸ਼ਨ ਹੋਇਆ, ਉਹ ਸਾਰਾ ਬੁੱਧੀਮਾਨਾਂ ਦਾ ਸੀ। ਸਾਰਾ ਕੁਛ ਉਹਦੇ ਵਿੱਚ ਵਰਕਰਸ ਉਹਨਾਂ ਦੇ ਸਪੋਰਟਰ ਬਣ ਕੇ ਚੱਲੇ ਨੇ, ਪਰ ਜਿਹੜਾ ਉਹ ਸਾਰਾ ਇਨਕਲਾਬ, ਜਾਂ ਈਵਨ ਜਿਹੜੀ ਸਟੇਟ ਦੀ ਭਾਸ਼ਾ ਉਹ ਆਉਂਦੀ ਆ, ਉਹਦੇ 'ਚ
ਬਹੁਤ ਸਾਰੇ ਜੈਕੋਬ ਵਾਚ ਵਰਗੇ ਜਾਂ ਜੈਨ ਐਸਮਾਨ ਵਰਗੇ ਜਾਂ ਹੁਣ ਨਵੇਂ ਜਿਹੜੇ ਬੁੱਧੀਜੀਵੀ ਨੇ ਉਹ ਤੇ ਬਹੁਤ ਸਾਰੇ ਇੰਨੇ ਜ਼ਿਆਦਾ ਨਾਂ ਨੇ ਜਿਹੜੇ ਵੀ ਗਿਣਾਏ ਜਾ ਸਕਦੇ ਆ, ਜਿਹੜੇ ਕਿ ਬੁੱਧੀਮਾਨਾਂ ਨੇ ਟਰਮਸ ਐਂਡ ਕੰਡੀਸ਼ਨਸ ਆ ਜਿਹੜੀਆਂ ਉਹ ਤੈਅ ਕਰੀਆਂ। ਉਹ ਤੋਂ ਬਾਅਦ ਜਿਹੜੇ ਪੋਲੀਟੀਸ਼ੀਅਨਸ ਹੋਏ ਆ, ਜਿਹੜੇ ਪੋਲੀਟੀਕਲ ਐਕਟਿਵਿਸਟ ਆਏ ਆ, ਉਹਨਾਂ ਨੇ ਫਿਰ ਉਹਨਾਂ ਬਣਾਈਆਂ ਹੋਈਆਂ ਲੀਹਾਂ ਤੇ ਕੌਮ ਨੂੰ ਅੱਗੇ ਤੁਰਨ ਦਾ ਯਤਨ ਕਰਿਆ। ਸੋ ਜਿਹੜੀਆਂ ਲਹਿਰਾਂ ਨੇ, ਜਿਹੜੀਆਂ ਆਪਣੀ ਹੋਂਦ ਦੀਆਂ ਆਪਣੀ ਹੋਂਦ ਨੂੰ ਬਚਾਉਣ ਦੀਆਂ ਲਹਿਰਾਂ ਨੇ, ਉਹਨਾਂ ਦੀ ਜਿਹੜੀ ਅਗਵਾਈ ਯਾਰ ਸਿਧਾਂਤਕ ਤੌਰ 'ਤੇ ਬੁੱਧੀਮਾਨ ਵਰਗ ਹੀ ਕਰਦਾ ਹੈਗਾ। ਪੋਲੀਟੀਸ਼ੀਅਨਸ ਉਹਨਾਂ ਦੀ ਅਗਵਾਈ ਨੂੰ ਕਬੂਲਦੇ ਆ। ਪਰ ਪੰਜਾਬ ਦੇ ਮਾਮਲੇ ਵਿੱਚ ਇਹ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਿੱਖ ਵਿਦਵਾਨਾਂ ਨੇ ਉਸ ਪੱਧਰ 'ਤੇ ਆਪਣਾ ਯੋਗਦਾਨ ਨਹੀਂ ਪਾਇਆ। ਉਹਨਾਂ ਨੇ ਬਹੁਤ ਬੋਚਵੇਂ ਰੂਪ ਵਿੱਚ ਬਹੁਤ ਆਪਣੇ ਆਪ ਨੂੰ ਸੁਰੱਖਿਅਤ ਰੱਖ ਕੇ, ਕਿਉਂਕਿ ਉਹਦੇ 'ਚੋਂ ਇਹ ਉਹਨਾਂ ਦੀ ਵੀ ਗੱਲ ਸਮਝ ਆਉਂਦੀ ਸੀ ਵੀ ਸਟੇਟ ਇੰਨੀ ਜ਼ਿਆਦਾ ਮਜ਼ਬੂਤ ਸੀ, ਉਹਨਾਂ ਦੀ ਲਾਈਵਲੀਹੁੱਡ ਨੌਕਰੀਆਂ 'ਤੇ ਹੀ ਡਿਪੈਂਡ ਕਰਦੀ ਸੀ। ਜੇ ਉਹਨਾਂ ਦੀ ਨੌਕਰੀ ਖੋਹ ਲਈ ਜਾਂਦੀ ਤਾਂ ਉਹਨਾਂ ਦਾ ਸਪੈਸ਼ਲ ਸਟੇਟਸ, ਉਹਨਾਂ ਦੀ ਆਰਥਿਕ ਜ਼ਿੰਦਗੀ, ਉਹਨਾਂ ਦਾ ਜਿਹੜਾ ਸਮਾਜ ਵਿੱਚ ਬਣਿਆ ਹੋਇਆ ਰੁਤਬਾ ਸੀ ਉਹ ਖਤਮ ਹੋ ਜਾਣਾ ਸੀ। ਸੋ ਇਸ ਡਰ ਦੀ ਭਾਵਨਾ 'ਚੋਂ ਤੇ ਬਹੁਤ ਸਾਰਾ ਇਹ ਸੀਗਾ ਵੀ ਜਿਹੜੀਆਂ ਇਹ ਉਹਨਾਂ ਦੇ ਮਨ ਵਿੱਚ ਇਹ ਸੀ ਵਿਦਵਾਨਾਂ ਦੇ ਵੀ ਇਹ ਲਹਿਰਾਂ ਬਹੁਤ ਲੰਮਾ ਸਮਾਂ ਚੱਲਣ ਵਾਲੀਆਂ ਨਹੀਂ, ਅਸੀਂ ਕਿਉਂਕਿ ਆਪਣੇ ਪਰਿਵਾਰ ਪਾਲਣੇ ਆ ਜਾਂ ਆਪਣਾ ਜੀਵਨ ਉੱਚਾ ਚੁੱਕਣਾ ਹੈਗਾ। ਸੋ ਇਸ ਡਰ 'ਚੋਂ ਜਾਂ ਉਸ ਖਦਸ਼ੇ 'ਚੋਂ ਉਹਨਾਂ ਨੇ ਉਸ ਤਰ੍ਹਾਂ ਨਾਲ ਸਿੱਖ ਲਹਿਰ ਦੀ ਜਾਂ ਧਰਮ ਯੁੱਧ ਮੋਰਚੇ ਦੀ ਅਗਵਾਈ ਆ ਉਹ ਨਹੀਂ ਕਰ ਸਕੇ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਵੀ ਉਸ ਪੱਧਰ ਦੀ ਸਮਰੱਥਾ ਹੀ ਨਹੀਂ ਸੀ। ਉਹ ਸਮਰੱਥਾ ਤਾਂ ਨਹੀਂ ਬਣ ਸਕੀ ਕਿਉਂਕਿ ਸਿਧਾਂਤਕ ਘੇਰਾਬੰਦੀ ਦਾ ਜਿਹੜਾ ਭਾਰਤੀ ਪੱਖ ਸੀ ਉਹ ਇੰਨਾ ਮਜ਼ਬੂਤ ਹੋ ਚੁੱਕਿਆ ਸੀ ਕਿ ਵਿਦਵਾਨਾਂ ਨੂੰ ਸਿੱਖ ਪੁਆਇੰਟ ਆਫ ਵਿਊ ਤੋਂ ਉਸ ਵੱਡੇ ਸਿਨੈਰੀਓ 'ਚ ਸੋਚਣ ਦਾ ਹੀ ਨਾ ਵਕਤ ਮਿਲਿਆ, ਨਾ ਉਹਨਾਂ ਦੀ ਸੋਚ ਹੀ ਉਸ ਤਰ੍ਹਾਂ ਉਸਰੀ ਸੀ ਵੀ ਉਹ ਆਪਣੀ ਕੌਮੀ ਜਜ਼ਬਿਆਂ ਦੀ ਜਿਹੜੀ ਪ੍ਰਗਟਾਵਾ ਉਹ ਵੱਡੇ ਡਿਪਲੋਮੈਟਿਕ ਤੇ ਆਪਾਂ ਕਹਿ ਦਈਏ ਅਕੈਡਮਿਕ ਸਿਨੈਰੀਓ 'ਚ ਕਰ ਸਕਣ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਬੁੱਧੀਮਾਨ ਜਾਂ ਵਿਦਵਾਨ ਵਰਗ ਇਹ ਸਭ ਕੁਝ ਜਾਣ ਕੇ ਕਰ ਰਹੇ ਸੀ। ਨਹੀਂ, ਇਹ ਸੱਚ ਨਹੀਂ ਹੈ। ਬੁੱਧੀਮਾਨ ਵਰਗ ਜਿਸ ਨੇ ਕਿ ਸੰਘਰਸ਼ ਨੂੰ ਲੀਡ ਕਰਨਾ ਸੀ, ਉਹਨਾਂ ਦੀ ਸਿਧਾਂਤਕ ਘੇਰਾਬੰਦੀ ਸਭ ਤੋਂ ਪਹਿਲਾਂ ਹੋਈ। ਉਹਨਾਂ ਦੇ ਲਈ ਦੁਨਿਆਵੀ ਵਿੱਦਿਆ ਧਾਰਮਿਕ ਵਿੱਦਿਆ ਨਾਲੋਂ ਉੱਪਰ ਸੀ। ਧਾਰਮਿਕ ਰਵਾਇਤਾਂ ਨੂੰ ਨਾ ਸਮਝਦੇ ਹੋਏ ਉਹ ਸਟੇਟ ਦੀ ਸਿਧਾਂਤਕ ਘੇਰਾਬੰਦੀ ਦੀ ਜਕੜ ਵਿੱਚ ਸਭ ਤੋਂ ਪਹਿਲਾਂ ਆਏ ਤੇ ਸਰਕਾਰ ਨੂੰ ਵੀ ਇਹ ਗੱਲ ਦਾ ਪਤਾ ਸੀ ਕਿ ਜੇ ਇਹ ਲੋਕ ਸਾਡੇ ਨਾਲ ਚੱਲਣਗੇ ਤਾਂ ਅਸੀਂ ਆਮ ਲੋਕਾਂ ਦੇ ਉੱਤੇ ਜਲਦ ਕਾਬੂ ਪਾ ਲਵਾਂਗੇ। ਉਹਨਾਂ ਨੇ ਕੋਈ ਸੋਚ ਕੇ ਨਹੀਂ ਵੀ ਪਹਿਲਾਂ ਉਹਨਾਂ ਨੇ ਵੀ ਸੋਚਿਆ ਹੋਵੇ। ਉਹਨਾਂ ਦੀ ਤਾਂ ਜੋ ਪ੍ਰੋਗਰਾਮਿੰਗ ਹੋ ਗਈ ਸੀ, ਮਾਡਰਨ ਟਾਈਮ ਦੀ ਗੱਲ ਇਹ ਹੈ, ਮਤਲਬ ਥੋੜੀ ਉਹ ਪ੍ਰੋਗਰਾਮਿੰਗ ਕਰਦੇ ਆ ਬਸ, ਜਿਹਦਾ ਮਤਲਬ ਜਦੋਂ ਆਹ ਸਿਚੁਏਸ਼ਨ ਪੈਦਾ ਹੋ ਤਾਂ ਤੁਸੀਂ ਉਵੇਂ ਹੀ ਜਿਵੇਂ ਤੁਹਾਡੀ ਪ੍ਰੋਗਰਾਮਿੰਗ ਹੋਈ ਹੈ ਤੁਸੀਂ ਉਵੇਂ ਹੀ ਉਹਨੂੰ ਰਿਐਕਟ ਕਰਨਾ ਹੈ, ਰਿਸਪੌਂਡ ਕਰਨਾ ਹੈ। ਸੋ ਉਹਨਾਂ ਦੀ ਪ੍ਰੋਗਰਾਮਿੰਗ ਇਹ ਹੋਈ ਸੀ ਜੋ ਤੁਹਾਡੇ ਮਨਾਂ 'ਚ ਇਹ ਪਾਤਾ ਕਿ ਧਰਮ ਤੇ ਰਾਜਨੀਤੀ ਦੋ ਅਲੱਗ-ਅਲੱਗ ਚੀਜ਼ਾਂ, ਤੇ ਤੁਹਾਡਾ ਸੰਤ ਆ ਕੇ ਦਰਬਾਰ ਸਾਹਿਬ 'ਚ ਰਾਜਨੀਤਿਕ ਲੜਾਈ ਲੜਨੀ ਸ਼ੁਰੂ ਕਰਦੇ, ਉੱਥੇ ਇੱਕ ਪ੍ਰੈਜੂਡਿਸ ਬਣ ਗਿਆ ਉਹਦੇ ਖਿਲਾਫ ਵੀ ਇਹ ਤਾਂ ਗਲਤ ਕਰ ਰਿਹਾ, ਧਰਮ ਤੇ ਰਾਜਨੀਤੀ ਅਲੱਗ-ਅਲੱਗ ਹੋਣੇ ਚਾਹੀਦੇ। ਠੀਕ ਹੈ ਨਾ? ਤੇ ਕਿੰਨੀਆਂ ਗੱਲਾਂ ਜਿਹੜੀਆਂ ਤੁਹਾਡੇ ਦਿਮਾਗਾਂ 'ਚ ਇਹ ਵਾੜਤੀਆਂ। ਦੂਜਾ ਵੀ ਇਹ ਬੰਦਾ ਅਨਪੜ੍ਹ ਹੈ। ਪੁਰਾਤਨ ਸਮੇਂ 'ਚ ਇਹ ਗੱਲ ਨਹੀਂ ਸੀ ਹੁੰਦੀ। ਮਤਲਬ ਪੜ੍ਹਾਈ ਦੇ ਅਰਥ ਬਦਲਤੇ ਉਹਨਾਂ ਨੇ। ਸਿਰਫ ਇਹ ਵੀ ਮਾਡਰਨ ਐਜੂਕੇਸ਼ਨ ਕਿੰਨੀ ਹੈ, ਬੰਦਾ PhD ਹੈ ਕਿ ਨਹੀਂ, ਯੂਨੀਵਰਸਿਟੀ 'ਚ ਗਿਆ ਕਿ ਨਹੀਂ, ਹਾਲਾਂਕਿ ਦੈਟ ਵੀ ਉਹ ਅਨਪੜ੍ਹ ਨਹੀਂ ਸੀ। ਤਾਂ ਬਚਪਨ ਤੋਂ ਲੈ ਕੇ ਕਿੰਨੀ ਵਿੱਦਿਆ ਗ੍ਰਹਿਣ ਕੀਤੀ ਸੀ, ਪਰ ਉਸ ਵਿੱਦਿਆ ਦੀ ਉਹਨਾਂ ਦੇ ਨਜ਼ਰਾਂ 'ਚ ਮੁੱਲ ਕੋਈ ਨਹੀਂ। ਗੁਰਬਾਣੀ ਦਾ ਗਿਆਨ ਹੋਣਾ, ਧਰਮ ਦਾ ਗਿਆਨ ਹੋਣਾ, ਉਹਦੇ 'ਚ ਪੂਰਾ ਇੱਕ ਅਭਿਆਸ ਹੋਣਾ, ਉਸ ਮੁਤਾਬਕ ਆਪਦੀ ਜ਼ਿੰਦਗੀ ਜਿਉਣਾ, ਉਹਨਾਂ ਦੀਆਂ ਨਜ਼ਰਾਂ 'ਚ ਤਾਂ ਉਹਦੀ ਵੈਲਿਊ ਕੋਈ ਨਹੀਂ। ਸੋ ਇਹ ਇੱਕ ਕੁਛ ਉਹਨਾਂ ਦੇ ਮਨ ਦੇ ਵਿੱਚ ਪਹਿਲਾਂ ਵਾਇਸ ਜਿਹੜੀ ਸੀਗੀ ਬਣ ਗਈ ਸੀਗੀ ਪ੍ਰੈਜੂਡਿਸ ਥਿੰਕਿੰਗ, ਇਹ ਬੰਦਾ ਕੌਮ ਨੂੰ ਨੁਕਸਾਨ ਕਰ ਰਿਹਾ ਹੈ, ਇਕੱਲੀ ਕੌਮ ਨੂੰ ਨਹੀਂ ਦੇਸ਼ ਨੂੰ ਕਰ ਰਿਹਾ ਹੈ। ਸੋ ਉਹ ਉਹਨਾਂ ਦੇ ਖਿਲਾਫ ਮਨਾਂ ਦੇ ਵਿੱਚ ਉਹ ਆਪਣੇ ਆਪ ਬਣ ਗਈ ਤੇ ਉਹ ਉਸ ਤਰ੍ਹਾਂ ਪੋਜੀਸ਼ਨਾਂ ਲਈ। ਮੈਂ ਦੇਖਿਆ ਬੜਾ ਕਲੋਜ਼ਲੀ ਇਹ ਸਾਰਾ ਪ੍ਰੋਸੈਸ। ਜਦੋਂ ਬੰਦੇ ਗੱਲਾਂ ਕਰਦੇ ਸੀਗੇ, 4 ਪ੍ਰੋਫੈਸਰ ਬੈਠੇ ਆ, ਸੰਤ ਭਿੰਡਰਾਂ ਵਾਲੇ ਬਾਰੇ ਗੱਲਾਂ ਕਰਦੇ ਨੇ, ਮਤਲਬ ਉਹਦੇ ਬਾਰੇ ਇਸ ਤਰ੍ਹਾਂ ਸੀ ਕਿ ਕਿੱਡਾ ਮੂਰਖ ਬੰਦਾ ਹੈ। ਉਹਦੇ ਹਰ ਬਿਆਨ ਦੀ, ਉਹਦੀ ਹਰ ਤਕਰੀਰ ਦੀ ਜਦੋਂ ਉਹ 'ਤੇ ਕਮੈਂਟਰੀ ਕਰਦੇ ਸੀਗੇ, ਕਿਵੇਂ ਦੇਖਦੇ ਸੀਗੇ। ਸੋ ਇਹ ਹੈ ਕਿ ਉਹ ਉਹਨਾਂ ਨੇ ਆਪਦੀ ਫੌਜ ਤਿਆਰ ਕਰ ਲਈ ਸੀ ਵਿਦਵਾਨਾਂ ਦੀ, ਉਹਨਾਂ ਨੂੰ ਕੋਈ ਹਦਾਇਤ ਨਹੀਂ ਦੇਣੀ ਪਈ। ਜਿੱਥੇ ਲੋੜ ਪਈ ਹਦਾਇਤਾਂ ਵੀ ਦਿੱਤੀਆਂ, ਤਿਆਰ ਕੀਤੇ। ਮੈਂ ਇਹ ਕਿਤਾਬ ਦੇ ਵਿੱਚ ਵੀ ਜ਼ਿਕਰ ਕੀਤਾ, ਜਿੱਥੇ ਤੁਹਾਨੂੰ ਕ੍ਰਿਡ ਵਾਲਾ ਜਿਹੜਾ ਚੈਪਟਰ ਹੈ ਨਾ,
ਵੀ ਜਦੋਂ ਲੱਗਿਆ ਕਿ ਕੁਝ ਲੈਫਟਿਸਟ ਡਾਵਾਂਡੋਲ ਹੋ ਰਹੇ ਨੇ ਜਾਂ ਕੋਈ ਸਿੱਖ ਡਾਵਾਂਡੋਲ ਹੋ ਰਹੇ ਨੇ, ਉਸੋਂ ਇੰਟਰਵੈਂਸ਼ਨ ਹੋਈ ਕਿ ਉਹਨਾਂ ਨੂੰ ਫਿਰ ਨੈਸ਼ਨਲਿਜ਼ਮ ਦੇ ਪਾਠ ਪੜ੍ਹਾਏ ਜਾਣ ਤੇ ਉਹਨਾਂ ਦੀ ਫਿਰ ਦਰੁਸਤ ਕੀਤੀ ਜਾਵੇ ਥੋੜ੍ਹੀ ਅਲਾਈਨਮੈਂਟ। ਸੋ ਉਹ ਵੀ ਅਟੈਂਪਟਸ ਹੋਈਆਂ, ਪਰ ਉਹ ਅਦਰਵਾਈਜ਼ ਹੀ ਬੰਦੇ ਮਤਲਬ ਇਸ ਤਰ੍ਹਾਂ ਬਣੀ ਗਏ। ਅੱਜ ਵੀ ਅਸੀਂ ਦੇਖ ਰਹੇ ਹਾਂ ਇਸ ਤਰ੍ਹਾਂ। ਸੋ ਇਹ ਇੱਕ ਟੇੜ ਜਿਹੜੀ ਪੈ ਗਈ ਸੀ ਸਾਡੇ, ਇਹ ਕੱਢਣੀ ਬਹੁਤ ਜ਼ਰੂਰੀ ਹੈ। ਸੋ ਇਹ ਮੇਰੀ ਜਿਹੜੀ ਕਿਤਾਬ ਸੀਗੀ ਇੱਕ ਨਿਮਾਣਾ ਜਿਹਾ ਯਤਨ ਸ਼ੁਰੂ, ਇਟਸ ਜਸਟ ਏ ਬਿਗਨਿੰਗ। ਪਰ ਕਿਉਂਕਿ ਨਵੀਂ ਗੱਲ ਸੀਗੀ, ਜਿੱਥੇ ਤਾਂ ਮੈਂ ਦੂਜੀਆਂ ਕਿਤਾਬਾਂ ਦੇ ਵਿੱਚ ਜਿਸਮਾਨੀ ਪੱਧਰ 'ਤੇ ਵਿਜੀਬਲ ਰੂਪ 'ਚ ਹੋਏ ਜ਼ੁਲਮ ਦੀ ਗੱਲ ਕੀਤੀ, ਉਹ ਸਭ ਨੂੰ ਬੜੀ ਠੀਕ ਲੱਗੀ, ਸਮਝ ਵੀ ਆ ਗਈ। ਇਹਦੇ 'ਚ ਥੋੜ੍ਹੀ ਦਿੱਕਤ ਆਉਂਦੀ ਹੈ ਕਿਉਂਕਿ ਯੂਜ਼ ਟੂ ਨਹੀਂ ਇਸ ਤਰ੍ਹਾਂ ਚੀਜ਼ਾਂ ਨੂੰ ਦੇਖਣ ਦੇ ਨਾ। ਸੋ ਇਹ ਇੱਕ ਸਮੱਸਿਆ ਆਈ, ਪਰ ਆਉਂਦੀ ਹੁੰਦੀ ਹੈ ਜਦੋਂ ਤੁਸੀਂ ਨਵੀਂ ਗੱਲ ਲਿਆਉਣੀ ਹੈ ਕੋਈ, ਉਹ ਇੱਕਦਮ ਛੇਤੀ ਕੀਤਿਆਂ ਮਕਬੂਲ ਨਹੀਂ ਹੁੰਦੀ, ਪ੍ਰਵਾਨ ਵੀ ਨਹੀਂ ਹੁੰਦੀ, ਉਹ 'ਤੇ ਕੰਟੈਸਟ ਵੀ ਹੋਊਗਾ। ਕ੍ਰਿਡ ਦਾ ਜਿਹੜਾ ਅਗਰ ਆਪਾਂ ਇਹਦੀ ਫੁੱਲ ਫਾਰਮ ਲੈ ਕੇ ਚੱਲੀਏ ਤਾਂ ਉਹ ਹੈਗੀ ਆ ਦਾ ਸੈਂਟਰ ਫॉर ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ। ਔਰ ਇਹ ਜਦੋਂ ਸ਼ੁਰੂਆਤ ਹੋਈ ਆ ਤਾਂ ਇਹ ਜਿਹੜੀ 1978 ਜੁਲਾਈ ਦੇ ਵਿੱਚ ਹੋਂਦ ਵਿੱਚ ਆਉਂਦੀ ਆ। ਬੇਸਿਕਲੀ ਇਹ ਰਜਿਸਟਰ ਹੋਈ ਸੀ ਐਜ਼ ਅ ਚੈਰੀਟੇਬਲ ਟਰਸਟ, ਔਰ ਇੱਕ ਨਾਰਮਲ ਜਿੱਦਾਂ ਇਹਨਾਂ ਦਾ ਸਿਰਫ ਇੱਕ ਕੰਮ ਸੀਗਾ ਸੋਸ਼ਲ ਐਂਡ ਪੋਲੀਟੀਕਲ ਚੀਜ਼ਾਂ ਦੇ ਉੱਪਰ ਰਿਸਰਚ ਕਰਨਾ, ਰਿਸਰਚ ਬੇਸਡ ਇਹ ਇੱਕ ਆਰਗੇਨਾਈਜੇਸ਼ਨ ਸੀਗੀ। ਜੋ ਇਹਦਾ ਇੱਕ ਕਰੂਡ ਲੈਵਲ ਦੇ ਉੱਤੇ ਅਗਰ ਆਪਾਂ ਨੂੰ ਸਮਝਣਾ ਹੋਵੇ ਤਾਂ ਇਵੇਂ ਸਮਝਿਆ ਜਾ ਸਕਦਾ। ਇਹਦੇ ਜਿਹੜੇ ਫਾਊਂਡਰ ਸੀ ਸ਼੍ਰੀ ਰਸ਼ਪਾਲ ਮਲਹੋਤਰਾ, ਔਰ ਪਰ ਜਿਹੜਾ ਇਹ ਕ੍ਰਿਡ ਦਾ ਜੋ ਕ੍ਰਿਡ ਜਿਸ ਦਾ ਬ੍ਰੇਨ ਦੇ ਵਿੱਚੋਂ ਨਿਕਲ ਕੇ ਆਈ ਇਹ ਚੀਜ਼ ਆ, ਜਾਂ ਇਹ ਕਹੀਏ ਕਿ ਜਿਸ ਦਾ ਚਾਈਲਡ ਆਫ ਹੈਗਾ ਆ ਥਾਟ, ਉਹਨੇ PN ਹਕਸਰ। ਹੁਣ PN ਹਕਸਰ ਆਪਣੇ ਆਪ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਪਰਸਨੈਲਿਟੀ ਹੈ ਇੰਡੀਅਨ ਹਿਸਟਰੀ ਦੇ ਕੰਟੈਕਸਟ ਵਿੱਚ ਵੀ। ਕਿਉਂਕਿ ਉਹ ਇੰਦਰਾ ਗਾਂਧੀ ਦੇ ਟਾਈਮ ਦੇ ਉੱਪਰ ਵੀ ਇੰਦਰਾ ਗਾਂਧੀ ਦੇ ਪੋਲੀਟੀਕਲ ਸਿਸਟਮ ਦਾ ਚਾਣਕਿਆ ਮੰਨਿਆ ਜਾਂਦਾ ਰਿਹਾ, ਔਰ ਜਿੰਨੀਆਂ ਵੀ ਵੱਡੇ ਜੋ ਵੀ ਕਾਰਨਾਮੇ ਉਸ ਸਮੇਂ ਹੋਏ ਆ, ਉਹ ਸਾਰੇ ਮੰਨਿਆ ਜਾਂਦਾ ਹੈ ਕਿ PN ਹਕਸਰ, ਕਿਉਂਕਿ ਉਹ ਪ੍ਰਿੰਸੀਪਲ ਸੈਕਟਰੀ ਸੀ, ਤਾਂ ਸਾਰਾ ਕੁਝ ਉਹਦੇ ਦਿਮਾਗ ਦੇ ਵਿੱਚੋਂ ਨਿਕਲੀਆਂ ਹੋਈਆਂ ਆਈਡੀਓਲੋਜੀ ਸੀਗੀਆਂ। ਉਹਦੇ ਵਿੱਚ ਚਾਹੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਰੂਪ ਬਣਾ ਕੇ ਪੇਸ਼ ਕਰਨਾ, ਜਾਂ ਇੰਦਰਾ ਗਾਂਧੀ ਦੇ ਵਾਸਤੇ ਹਰ ਇੱਕ ਤਰੀਕੇ ਦੀ ਜਿਹੜੀ ਇੱਕ ਆਈਡੀਓਲੋਜੀਕਲ ਗਰਾਊਂਡ ਤਿਆਰ ਕਰਨੀ, ਉਹ ਸਾਰਾ PN ਹਕਸਰ ਦਾ ਬ੍ਰੇਨ ਚਾਈਲਡ ਸੀਗਾ, ਹਮੇਸ਼ਾ ਉਹੀ ਕੰਮ ਕਰਦੇ ਸੀ। ਇਹ ਜਿਹੜੀ ਕ੍ਰਿਡ ਵੀ ਹੈ ਉਹ ਉਹਨਾਂ ਨੇ ਹੀ ਬਕਾਇਦਾ ਸਿੱਖਾਂ ਦੇ ਉੱਤੇ ਇੱਕ ਤਰ੍ਹਾਂ ਦੀ ਯੁੱਧ ਨੀਤੀ ਦੇ ਅੰਡਰ ਕੀਤਾ। ਉਹਦਾ ਕਾਰਨ ਕੀ ਆ? ਕਿਉਂਕਿ 1978 ਦੀ ਜਦੋਂ ਵਿਸਾਖੀ ਦਾ ਇੱਕ ਜਿਹੜਾ ਜੋ ਮੰਜ਼ਰ ਸਾਹਮਣੇ ਆਉਂਦਾ ਆ, ਤੇ ਉਸ ਦੇ ਵਿੱਚ ਇੱਕ ਸਿੱਖਾਂ ਦੀ ਇੱਕ ਵਿਲੱਖਣ ਹੋਂਦ ਸਾਹਮਣੇ ਆਉਂਦੀ ਆ ਕਿ ਸਿੱਖ ਜਿਹੜੇ ਆ ਧਰਮ ਨੂੰ ਲੈ ਕੇ ਬਹੁਤ ਪੈਸ਼ਨੇਟ ਆ। ਉਹਨਾਂ ਨੂੰ ਪੈਸੀਫਾਈ ਕਰਨ ਵਾਸਤੇ ਇੱਕ ਯੁੱਧਬੰਦੀ ਦੀ ਜ਼ਰੂਰਤ ਸੀਗੀ, ਔਰ ਯੁੱਧਬੰਦੀ ਉਹਨਾਂ ਨੇ ਆਈਡੀਓਲੋਜੀਕਲ ਗਰਾਊਂਡਸ ਦੇ ਉੱਪਰ ਕਰਨ ਦੇ ਲਈ ਬਕਾਇਦਾ ਕੁਝ ਪੈਰਾਮੀਟਰਸ ਦੇ ਉੱਤੇ ਇੱਕ ਆਰਗੇਨਾਈਜੇਸ਼ਨ ਨੂੰ ਜਨਮ ਦਿੱਤਾ, ਜਿਹਦੇ ਕਿ ਜਿਹੜਾ ਸਰਪ੍ਰਸਤ ਹੈ ਉਹ ਰਸ਼ਪਾਲ ਮਲਹੋਤਰਾ ਨੂੰ ਬਣਾਇਆ ਗਿਆ। ਉਹਦੇ ਵਿੱਚ ਜਿਹੜੀਆਂ ਇੰਪੋਰਟੈਂਟ ਗੱਲਾਂ ਹੈਗੀਆਂ ਉਹ ਹੈ ਕਿ ਜਿਸ ਆਈਡੀਓਲੋਜੀ ਦੇ ਨਾਲ, ਓਬਵੀਅਸਲੀ ਜਦੋਂ ਇਹੋ ਜਿਹੀਆਂ ਆਈਡੀਓਲੋਜੀਜ਼ ਹੁੰਦੀਆਂ ਤਾਂ ਇਹ ਲਿਖੀਆਂ ਨਹੀਂ ਜਾਂਦੀਆਂ, ਪਰ ਇਹਨਾਂ ਦੇ ਪਿੱਛੇ ਜੋ ਸੋਚ ਕੰਮ ਕਰ ਰਹੀ ਹੁੰਦੀ ਉਹਨੂੰ ਸਮਝਣਾ ਬਹੁਤ ਜ਼ਰੂਰੀ ਆ। ਤਾਂ ਉਹ ਜਿਹੜੀ ਆਈਡੀਓਲੋਜੀ ਸੀਗੀਆਂ, ਇੱਕ ਤਾਂ ਇਹ ਸੀਗਾ ਕਿ ਉਹਨਾਂ ਦੀ ਮਾਈਂਡ ਮੈਨੇਜਮੈਂਟ, ਸਿੱਖਾਂ ਦੀ ਮਾਈਂਡ ਮੈਨੇਜਮੈਂਟ ਕਰਨੀ ਬਹੁਤ ਜ਼ਰੂਰੀ ਸੀ। ਸਿੱਖਾਂ ਦੇ ਅੰਦਰ ਇਹ ਚੀਜ਼ ਭਰਨੀ ਬਹੁਤ ਜ਼ਰੂਰੀ ਸੀਗੀ ਕਿ ਉਹ ਸਿੱਖ ਆਪਣੇ ਧਰਮ ਦੇ ਪ੍ਰਤੀ ਜਿਹੜੀ ਉਹਨਾਂ ਦਾ ਪੈਸ਼ਨ ਆ ਉਹਨੂੰ ਛੱਡ ਕੇ ਜਿਹੜੀ ਇੱਕ ਨੈਸ਼ਨਲਿਸਟਿਕ ਸੋਚ ਆ ਉਹਦੇ ਵੱਲ ਰੈਸ਼ਨੈਲਿਟੀ ਦੇ ਨਾਲ ਸੋਚਣਾ ਸ਼ੁਰੂ ਕਰਨ। ਤਾਂ ਉਹਦੇ ਵਾਸਤੇ ਉਹਨਾਂ ਨੇ 6 ਮੇਨ ਚੀਜ਼ਾਂ ਦੱਸੀਆਂ ਆ। ਕਿਹੜੀਆਂ? ਪਹਿਲੀ ਹੈ ਕਿ ਸਿੱਖਾਂ ਦੇ ਮਨਾਂ ਅੰਦਰ ਸਿੱਖ ਪਛਾਣ ਨਾਲੋਂ ਭਾਰਤੀ ਪਛਾਣ ਨੂੰ ਸਿਰਮੌਰਤਾ ਦੇਣ ਦੀ ਸੋਚ ਪ੍ਰਫੁੱਲਤ ਕਰਨਾ। ਦੂਸਰੀ, ਉਹਨਾਂ ਦੇ ਹਿਰਦਿਆਂ ਅੰਦਰ ਪੰਥਕ ਜਜ਼ਬੇ ਦੀ ਜਗ੍ਹਾ ਰਾਸ਼ਟਰੀ ਜਜ਼ਬੇ ਦੀ ਜਾਗ ਲਾਉਣੀ। ਤੀਸਰੀ, ਉਹਨਾਂ ਅੰਦਰ ਨਿਆਰੇਪਨ ਦੀ ਧਾਰਨਾ ਤੇ ਭਾਵਨਾ ਦਾ ਬੀਜ ਨਸ਼ਟ ਕਰਨਾ। ਚੌਥੀ, ਆਪਣੇ ਇਤਿਹਾਸ ਤੇ ਰਵਾਇਤਾਂ ਉੱਤੇ ਮਾਣ ਕਰਨ ਦੀ ਪਿਰਤ ਤੇ ਰੁਚੀ ਦੀ ਸੰਘੀ ਕੁੱਟਣਾ। ਪੰਜਵੀਂ, ਧਾਰਮਿਕ ਖਿਆਲਾਂ, ਵਿਸ਼ਵਾਸਾਂ ਤੇ ਸਰੋਕਾਰਾਂ ਬਾਰੇ ਆਮ ਰੂਪ ਵਿੱਚ ਹੀ ਨਕਾਰਾਤਮਕ ਵਤੀਰਾ ਵਿਕਸਿਤ ਕਰਨਾ। ਅਤੇ ਇਸੇ ਤਰ੍ਹਾਂ ਛੇਵੀਂ, ਸਿੱਖਾਂ ਦੀ ਮਾਨਸਿਕਤਾ ਅੰਦਰ ਹੀਣ ਭਾਵਨਾ ਦੀ ਨਿਸ਼ੇਧ ਬੀਜ ਖਿਲਾਰਨਾ। ਹੁਣ ਇਹ ਜਿਹੜੀਆਂ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਤਾਂ ਇਹ ਹਵਾ ਦੇ ਵਿੱਚ ਗੱਲ ਨਹੀਂ ਆ ਕਿ ਕਿਆ ਉਹਨਾਂ ਦੇ ਦਿਮਾਗ ਵਿੱਚ ਵਾਕਈ ਇਹ ਗੱਲ ਹੋਊਗੀ। ਉਹ ਇਹਨੂੰ ਬਕਾਇਦਾ ਕਿੱਦਾਂ ਕਹਿੰਦੇ ਨੇ ਕਿ ਉਹ ਚਾਹੁੰਦੇ ਸੀ PN ਹਕਸਰ ਦਾ
ਔਰ ਰਸ਼ਪਾਲ ਮਲਹੋਤਰਾ ਜਾਂ ਉਹਨਾਂ ਦੇ ਨਾਲ ਜਿਹੜੇ ਵੀ ਇਸ ਚੈਰੀਟੇਬਲ ਆਰਗੇਨਾਈਜੇਸ਼ਨ ਨੂੰ ਖੜੀ ਕਰਨ ਦੇ ਵਿੱਚ ਜੋ ਬੁੱਧੀਆਂ, ਜੋ ਦਿਮਾਗ ਲੱਗੇ ਹੋਏ ਸੀ, ਉਹ ਚਾਹੁੰਦੇ ਸੀਗੇ ਕਿ ਸਿੱਖਾਂ ਦੇ ਵਿੱਚੋਂ ਜਿਹੜੀ ਇੱਕ ਪੈਸ਼ਨ ਦੇ ਨਾਲ ਧਰਮ ਨੂੰ ਸਮਝਣ ਦੀ ਗੱਲ ਆ, ਉਹਨੂੰ ਮਾਈਨਸ ਕਰ ਦਿੱਤਾ ਜਾਵੇ ਔਰ ਹਰ ਇੱਕ ਗੱਲ ਦੇ ਉੱਤੇ ਕਿੰਤੂ ਕਰਵਾਇਆ ਜਾਵੇ, ਤਾਂ ਕਿ ਇੱਕ ਇਨਸਾਨ ਹਰ ਇੱਕ ਗੱਲ ਦੇ ਉੱਤੇ ਕਿੰਤੂ ਕਰਕੇ ਦੇਖੇ ਔਰ ਉਹ ਉਸ ਚੀਜ਼ ਨੂੰ ਉਹ ਇੱਕ ਜਨਰਲ ਲੈਵਲ ਦੇ ਉੱਪਰ ਦਿਖਾਉਂਦੇ ਆ। ਉਹ ਬੋਲਦੇ ਆ ਮੂਲ ਗੱਲ ਇਹ ਹੈ ਕਿ ਹਰ ਗੱਲ ਉੱਤੇ ਕਿੰਤੂ ਕੀਤਾ ਜਾਵੇ, ਕਿਸੇ ਦੇ ਦਾਅਵੇ ਤੇ ਕੋਈ ਵੀ ਗੱਲ ਪ੍ਰਵਾਨ ਨਾ ਕੀਤੀ ਜਾਵੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਬੀਤੇ ਸਮੇਂ ਅੰਦਰ ਦਾਅਵਾਗਿਰੀ ਨੇ ਜ਼ਮੀਰ ਤੇ ਧਰਮ ਦੇ ਮਾਮਲਿਆਂ ਵਿੱਚ ਖਤਰਨਾਕ ਘਟਨਾਵਾਂ ਤੇ ਸਥਿਤੀ ਨੂੰ ਜਨਮ ਦਿੱਤਾ ਹੈ। ਹੁਣ ਇਹ ਖਤਰਨਾਕ ਘਟਨਾਵਾਂ ਜਿਹੜੀਆਂ ਉਹ ਬੇਸ਼ੱਕ 1978 ਵਾਲੀ ਜਿਹੜਾ ਉਸ ਤੋਂ ਬਾਅਦ ਜੋ ਇੱਕ ਤਰ੍ਹਾਂ ਨਾਲ ਬੜੀ ਖੂਨੀ ਵਿਸਾਖੀ ਦਾ ਜਿਹੜਾ ਉਹ ਪੂਰਾ ਘਟਨਾਕ੍ਰਮ ਸੀ, ਉਸ ਤੋਂ ਬਾਅਦ ਜੋ ਕੁਝ ਵੀ ਹੁੰਦਾ ਉਹਦੇ ਨਾਲ ਸੰਬੋਧਿਤ ਕੀਤਾ ਜਾਂਦਾ। ਹੁਣ ਜਦੋਂ ਕ੍ਰਿਡ ਦਾ ਅਗਰ ਆਪਾਂ ਕੰਮ ਕਾਰ ਸਮਝਣਾ ਹੋਊਗਾ ਕਿ ਕ੍ਰਿਡ ਕੰਮ ਕਿੱਦਾਂ ਕਰਦੀ ਹੈ, ਤਾਂ ਬੇਸਿਕਲੀ ਜਦੋਂ ਇਹਨੂੰ ਸ਼ੁਰੂ ਕੀਤਾ ਗਿਆ ਉਦੋਂ ਹੀ ਇਹਦਾ ਕੰਮ ਕਰਨ ਦਾ ਤਰੀਕਾ ਉਲੀਕ ਦਿੱਤਾ ਗਿਆ ਔਰ ਇਹ ਗੱਲ ਸਮਝ ਆਉਂਦੀ ਆ ਕਿ ਕੋਈ ਵੀ ਜਦੋਂ ਆਰਗੇਨਾਈਜੇਸ਼ਨ ਨੇ ਖਾਸ ਤੌਰ ਤੇ ਜਦੋਂ ਮਾਈਂਡ ਮੈਨੇਜਮੈਂਟ ਕਰਨੀ ਹੁੰਦੀ ਆ, ਉਹ ਵੀ ਇੱਕ ਐਸੇ ਗਰੁੱਪ ਦੀ, ਇੱਕ ਐਸੇ ਸਮੂਹ ਦੀ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਧਰਮ, ਉਹਨਾਂ ਦੇ ਗੁਰੂਆਂ ਪ੍ਰਤੀ ਬਹੁਤ ਜ਼ਿਆਦਾ ਪੈਸ਼ਨ ਵੀ ਆ, ਸ਼ਰਧਾ ਵੀ ਆ, ਤਾਂ ਉਹਨਾਂ ਨੂੰ ਬੌਧਿਕ ਲੈਵਲ ਦੇ ਉੱਤੇ ਹੀ ਮਾਰ ਮਾਰੀ ਜਾ ਸਕਦੀ ਆ। ਹੁਣ ਉਹਦੇ ਵਾਸਤੇ ਉਹਨਾਂ ਨੇ 2 ਜਗ੍ਹਾ ਦੇ ਉੱਤੇ ਮੇਜਰ ਮਾਰ ਮਾਰੀ। ਪਹਿਲੀ ਯੂਨੀਵਰਸਿਟੀ ਲੈਵਲ ਦੇ ਉੱਤੇ, ਦੂਸਰੀ ਮੀਡੀਆ ਲੈਵਲ ਦੇ ਉੱਤੇ। ਯੂਨੀਵਰਸਿਟੀਜ਼ ਦਾ ਹੁਣ ਜਾਂ ਤਾਂ ਇੱਕ ਤਰੀਕਾ ਹੈ ਕਿ ਨਵੀਆਂ ਯੂਨੀਵਰਸਿਟੀਜ਼ ਖੜੀਆਂ ਕਰ ਲਿੱਤੀਆਂ ਜਾਣ। PN ਹਕਸਰ ਹੋਣਾ ਨੇ ਇਹ ਸੋਚਿਆ ਕਿ ਨਵੀਆਂ ਯੂਨੀਵਰਸਿਟੀਜ਼ ਖੜਾ ਕਰਨ ਦੀ ਬਜਾਏ ਜੋ ਆਲਰੇਡੀ ਅਵੇਲੇਬਲ ਢਾਂਚਾ ਹੈ, ਉਸੇ ਢਾਂਚੇ ਨੂੰ ਆਪਾਂ ਇਸਤੇਮਾਲ ਕਰਕੇ ਤੇ ਉਹਦੇ ਵਿੱਚ ਆਪਣੀ ਮਨਮਰਜ਼ੀ ਚਲਾਈ ਜਾਵੇ। ਸੋ ਉੱਥੇ ਕ੍ਰਿਡ ਨੂੰ ਇੰਨਾ ਜ਼ਿਆਦਾ ਪਾਵਰਫੁਲ ਕਰ ਦਿੱਤਾ ਕਿ ਬਜਾਏ, ਬੇਸ਼ੱਕ ਉਹਨਾਂ ਦੀਆਂ ਸਿੱਧੀਆਂ ਭਰਤੀਆਂ ਨਹੀਂ ਸੀ ਕਰਦਾ ਕ੍ਰਿਡ, ਪਰ ਫਿਰ ਵੀ ਰਸ਼ਪਾਲ ਮਲਹੋਤਰਾ ਦੀ ਮਰਜ਼ੀ ਤੋਂ ਬਿਨਾਂ ਕਿਸੇ ਵੀ ਪ੍ਰੋਫੈਸਰ ਦੀ ਜਾਂ ਕਿਸੇ ਵੀ ਖੋਜ ਵਿਦਿਆਰਥੀ ਦੀ ਜਿਹੜੀ ਨਿਯੁਕਤੀ ਆ ਉਹ ਇੰਪੋਸੀਬਲ ਸੀਗੀ। ਤਾਂ ਉਹ ਕ੍ਰਿਡ ਆਪਣੇ ਆਪ ਦੇ ਵਿੱਚ ਉੱਥੇ ਬਹੁਤ ਪਾਵਰਫੁਲ ਹੋ ਗਈ। ਇਸੇ ਤਰੀਕੇ ਨਾਲ ਹੀ ਮੀਡੀਆ ਦੇ ਵਿੱਚ ਵੀ ਹੋਇਆ। ਦ ਟ੍ਰਿਬਿਊਨ ਵਰਗੀਆਂ ਜਿਹੜੀਆਂ ਸੰਸਥਾਵਾਂ ਨੇ, ਉਹਨਾਂ ਦੇ ਨਾਲ ਰਸ਼ਪਾਲ ਮਲਹੋਤਰਾ ਦੀ ਜਿਹੜੀ ਯਾਰੀ ਦੋਸਤੀ ਆ ਉਹ ਬਹੁਤ ਪਹਿਲਾਂ ਤੋਂ ਹੀ ਸੈਲਫ ਵੈਲੀਡੇਟਡ ਚੀਜ਼ ਆ, ਉਹ ਸਭ ਨੂੰ ਪਤਾ ਹੈ। ਉੱਥੇ ਹੋਰ ਵੀ ਜਿਹੜੇ ਛੋਟੇ ਤੋਂ ਵੱਡੇ ਐਡੀਟਰ ਤੱਕ ਵੀ ਜਿਹੜੇ ਨੇ ਉਹ ਰਸ਼ਪਾਲ ਮਲਹੋਤਰਾ ਦੀ ਮਰਜ਼ੀ ਦੇ ਨਾਲ ਹੀ ਲੱਗਣੇ ਸ਼ੁਰੂ ਹੋ ਗਏ। ਹੁਣ ਇਹਦੇ ਵਿੱਚ ਜਿਹੜਾ ਇਹਨਾਂ ਦਾ ਵਰਕਿੰਗ ਪੈਟਰਨ ਆ, ਬਹੁਤ ਸਾਰੇ ਲੋਕ ਇਹ ਕਹਿ ਸਕਦੇ ਆ ਜਾਂ ਮੰਨਿਆ ਜਾ ਸਕਦਾ ਹੈ ਕਿ ਸ਼ਾਇਦ ਉਹ ਪੰਜਾਬ ਦੇ ਹੱਕਾਂ ਦੇ ਲਈ ਸੋਚ ਰਹੇ ਸੀਗੇ। ਜੋ ਕਹਾਣੀ ਅਸੀਂ ਦਰਸ਼ਕਾਂ ਨੂੰ ਦੱਸ ਕੇ ਆਏ ਹਾਂ, ਇਹ ਵੱਖਰੀ ਤੇ ਨਿਵੇਕਲੀ ਹੈ। ਜਦੋਂ ਅਸੀਂ ਉਹਨਾਂ ਸਮਿਆਂ ਦੇ ਵਿੱਚ ਸਿੱਖਾਂ ਦੇ ਤੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਸ ਟਾਈਮ ਤੇ ਸਿੱਖਾਂ ਨੂੰ ਦੋਹਰੀ ਲੜਾਈ ਲੜਨੀ ਪੈ ਰਹੀ ਸੀ। ਇੱਕ ਪਾਸੇ ਤੇ ਸਰਕਾਰ ਦੇ ਨਾਲ ਸਿੱਧੀ ਲੜਾਈ ਚੱਲ ਰਹੀ ਸੀ ਜੋ ਕਿ ਸਿੱਖ ਲੜ ਰਹੇ ਸਨ, ਪਰ ਇਸ ਤੋਂ ਇਲਾਵਾ ਜੋ ਮਾਨਸਿਕ ਲੜਾਈ ਚੱਲ ਰਹੀ ਸੀ ਉਹ ਸਿੱਖ ਬਿਨਾਂ ਲੜੇ ਹੀ ਹਾਰ ਰਹੇ ਸਨ, ਕਿਉਂਕਿ ਜਿਨ੍ਹਾਂ ਵਿਦਵਾਨਾਂ ਨੇ ਮੋਰਚਾ ਖੋਲ੍ਹਣਾ ਸੀ ਉਹ ਤੇ ਆਪ ਹੀ ਸਿੱਖਾਂ ਦੇ ਹੱਕ ਵਿੱਚ ਨਹੀਂ ਸਨ। 10-11 ਜੁਲਾਈ 1982 ਨੂੰ ਅਖਿਲ ਭਾਰਤੀ ਕਾਰਜਕਾਰੀ ਮੰਡਲ ਦੀ ਆਗਰੇ ਦੇ ਵਿੱਚ ਇੱਕ ਅਹਿਮ ਮੀਟਿੰਗ ਹੋਈ। ਆਗਰੇ ਵਿੱਚ ਹੋਈ ਇਸ ਮੀਟਿੰਗ ਦੇ ਜੋ ਮਤੇ ਪਾਸ ਕੀਤੇ ਗਏ ਉਹ ਇਹ ਗੱਲ ਦੱਸਣ ਦੇ ਲਈ ਕਾਫੀ ਹਨ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਸਿਧਾਂਤਕ ਤੌਰ ਤੇ ਹੀਣਾ ਕੀਤਾ ਜਾ ਰਿਹਾ ਸੀ। ਸਿੱਖ ਧਰਮ ਕੋਈ ਵੱਖਰਾ ਧਰਮ ਨਹੀਂ ਹੈ। ਸਨਾਤਨੀ, ਜੈਨੀ ਤੇ ਬੋਧੀ ਮਤ ਵਾਂਗੂ ਹੀ ਇਹ ਹਿੰਦੂ ਧਰਮ ਦਾ ਹੀ ਇੱਕ ਫਿਰਕਾ ਹੈ। 9ਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਝੂਠੇ ਅਰਥ ਕੱਢ ਕੇ ਉਹਨਾਂ ਨੂੰ ਹਿੰਦੂ ਧਰਮ ਦਾ ਉਪਾਸ਼ਕ ਦੱਸਿਆ ਜਾ ਰਿਹਾ ਸੀ। 10ਵੇਂ ਪਾਤਸ਼ਾਹ ਵੱਲੋਂ ਸਾਜੇ ਖਾਲਸੇ ਦੀ ਘਟਨਾ ਨੂੰ ਹਿੰਦੂ ਧਰਮ ਦੇ ਲਈ ਸਾਜਿਆ ਗਿਆ ਦੱਸਿਆ ਜਾ ਰਿਹਾ ਸੀ। ਅਗਲੇ ਸਾਲ 9-10 ਜੁਲਾਈ ਨੂੰ ਪੂਨੇ ਵਿਖੇ ਇੱਕ ਹੋਰ ਮੀਟਿੰਗ ਹੋਈ, ਜਿਸ ਦੇ ਉੱਤੇ ਦੁਬਾਰਾ ਇਸ ਗੱਲ ਨੂੰ ਜ਼ੋਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਸਾਡੇ ਸਿੱਖ ਭਰਾ ਆਪਣੇ ਵਿਸ਼ੇਸ਼ ਲੱਛਣਾਂ ਨੂੰ ਕਾਇਮ ਰੱਖਦਿਆਂ ਹੋਇਆਂ ਜੈਨੀਆਂ ਤੇ ਬੋਧੀਆਂ ਦੀ ਤਰ੍ਹਾਂ ਹੀ ਹਿੰਦੂ ਸਮਾਜ ਦੇ ਅਟੁੱਟ ਅੰਗ ਵਜੋਂ ਵਿਚਰਦੇ ਆ ਰਹੇ ਹਨ। ਮਾਰਚ 1984 ਦੇ ਵਿੱਚ ਇੱਕ ਹੋਰ ਮੀਟਿੰਗ ਹੋਈ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਦਹਿਸ਼ਤਗਰਦਾਂ ਨੂੰ ਭਾਂਜ ਦੇਣ ਲਈ ਸਿੱਖਾਂ ਅਤੇ ਬਾਕੀ ਹਿੰਦੂਆਂ ਨੂੰ ਇਕਮੁੱਠ ਹੋਣਾ ਚਾਹੀਦਾ ਹੈ। ਇਹ ਤੇ ਸਿਰਫ 3 ਹੀ ਮੀਟਿੰਗ ਸਨ। ਇਸ ਤਰ੍ਹਾਂ ਦੀਆਂ ਹਜ਼ਾਰਾਂ ਹੀ ਮੀਟਿੰਗਸ, ਹਜ਼ਾਰਾਂ ਹੀ ਸੈਮੀਨਾਰ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਜਗ੍ਹਾ ਤੇ ਕੀਤੇ ਗਏ ਤਾਂ ਕਿ ਸਿੱਖਾਂ ਨੂੰ ਉਹਨਾਂ ਦੇ ਧਰਮ ਨਾਲੋਂ ਤੋੜ ਕੇ ਦੇਸ਼ ਅਤੇ ਰਾਸ਼ਟਰੀ ਏਕਤਾ ਦੇ ਨਾਲ ਜੋੜਿਆ ਜਾ ਸਕੇ। ਪੂਰੇ ਭਾਰਤ ਵਿੱਚ ਵਸ ਰਹੀਆਂ ਵੱਖ-ਵੱਖ ਕੌਮਾਂ ਨੂੰ ਨੈਸ਼ਨਲਿਜ਼ਮ ਅਤੇ ਨੇਸ਼ਨ ਸਟੇਟ ਦੇ ਨਾਲ ਜੋੜਿਆ ਗਿਆ। ਇਹ ਸਾਰਾ ਕੁਝ ਉਵੇਂ ਹੀ ਹੋਇਆ ਜਿਵੇਂ ਕਿ 200-300 ਸਾਲ ਪਹਿਲਾਂ
ਅੰਗਰੇਜ਼ਾਂ ਨੇ ਭਾਰਤ ਵਿੱਚ ਵਸ ਰਹੀਆਂ ਵੱਖ-ਵੱਖ ਕੌਮਾਂ ਦੇ ਨਾਲ ਕੀਤਾ ਸੀ। ਭਾਰਤੀ ਰਾਸ਼ਟਰਵਾਦ ਨੇ ਸਿੱਖਾਂ ਦੇ ਨਿਆਰੇਪਣ ਉੱਤੇ ਗੁੱਝੀ ਸੱਟ ਮਾਰੀ। ਸਿੱਖਾਂ ਦੇ ਲਈ ਹਮੇਸ਼ਾ ਹੀ ਧਰਮ ਪਹਿਲਾਂ ਹੁੰਦਾ ਸੀ, ਪਰ ਰਾਸ਼ਟਰਵਾਦ ਨੇ ਸਿੱਖਾਂ ਦੇ ਮਨਾਂ ਅੰਦਰ ਇੱਕ ਦੁਚਿੱਤੀ ਪਾ ਦਿੱਤੀ ਕਿ ਧਰਮ ਅਤੇ ਕੌਮ ਪਹਿਲਾਂ ਜਾਂ ਦੇਸ਼ ਅਤੇ ਉਸ ਦੀ ਏਕਤਾ ਅਤੇ ਅਖੰਡਤਾ। ਦੇਖੋ, ਜਿਹੜੀ ਨੇਸ਼ਨ ਸਟੇਟ ਹੈ ਨਾ, ਜਿਹੜੀਆਂ ਪਹਿਲੀਆਂ ਸਟੇਟਸ ਹੁੰਦੀਆਂ ਸੀ, ਉਹਦੇ ਕੋਈ ਪੱਕੇ ਨਿਯਮ ਕੋਈ ਨਹੀਂ ਸੀ। ਤੁਹਾਡੇ ਕੋਲ ਤਾਕਤ ਕਿੰਨੀ ਹੈ, ਉਸ ਮੁਤਾਬਕ ਤੁਸੀਂ ਆਪਦੇ ਰਾਜ ਨੂੰ ਵਧਾ ਸਕਦੇ ਹੋ, ਹੈ ਨਾ। ਕੋਈ ਇਹ ਨਹੀਂ ਸੀ ਕਹਿ ਸਕਦਾ ਤੂੰ ਇੱਥੋਂ ਤੱਕ ਕਿਉਂ ਜਾ ਰਿਹਾ ਹੈ। ਜੇ ਮਹਾਰਾਜਾ ਰਣਜੀਤ ਸਿੰਘ ਹੈ, ਜੇ ਪੇਸ਼ਾਵਰ ਤੱਕ ਚਲਿਆ ਗਿਆ, ਜਮਰੌਦ ਤੱਕ ਚਲਿਆ ਗਿਆ, ਤਿੱਬਤ ਤੱਕ ਚਲਿਆ ਗਿਆ, ਉਹ ਤਾਂ ਤੁਹਾਡੀ ਤਾਕਤ ਹੈ ਨਾ। ਤਾਂ ਉਦੋਂ ਤਾਂ ਇਹ ਚੱਲਦਾ ਸੀ ਕਿ ਤੁਹਾਡੀ ਤਾਕਤ ਕਿੰਨੀ ਹੈ। ਪਰ ਜੋ ਮਾਡਰਨ ਸਟੇਟਸ ਆਈਆਂ, ਜਿਹੜੀਆਂ ਇਹ ਕਹਿ ਲਓ ਕਿ 17ਵੀਂ ਸਦੀ 'ਚੋਂ ਸ਼ੁਰੂ ਹੋਈਆਂ, ਜਿਹਦੇ 'ਚ ਫਿਰ ਇਹਨਾਂ ਨੇ ਕੁਛ ਨਿਯਮ ਬਣਾਇਆ ਇੱਕ, ਕਿ ਅਸੀਂ ਕਿਹੜੇ ਆਧਾਰ 'ਤੇ ਹੁਣ ਸਟੇਟਸ ਬਣਾਵਾਂਗੇ। ਜੇ ਤੁਸੀਂ ਉਹ ਜਗੀਰੂ ਖਤਮ ਕਰਨੀਆਂ ਹਨ, ਮਨਾਰਕੀਜ਼ ਖਤਮ ਕਰਨੀਆਂ ਹਨ, ਤਾਂ ਉਹਦੇ ਵਿੱਚ ਇਹ ਸੀ ਕਿ ਨੇਸ਼ਨਸ ਦੇ ਆਧਾਰ 'ਤੇ ਹੋਣਗੀਆਂ। ਨੇਸ਼ਨ ਦੀ ਡੈਫੀਨੇਸ਼ਨ ਦੇਤੀ ਕਿ ਇੱਕ ਪਾਰਟੀਕੂਲਰ ਜਗਰਾਫੀਕਲ ਰੀਜਨ 'ਚ ਰਹਿ ਰਹੇ ਲੋਕ, ਜਿਨ੍ਹਾਂ ਦੀ ਬੋਲੀ ਇੱਕ ਹੈ, ਜਿਨ੍ਹਾਂ ਦਾ ਕਲਚਰ ਇੱਕ ਹੈ, ਜਿਨ੍ਹਾਂ ਦੀ ਇਕਨੋਮਿਕ ਟਾਈਜ਼ ਆਪਸ ਵਿੱਚ ਹੀ ਬਹੁਤ ਜੁੜੀਆਂ ਹੋਈਆਂ, ਨੰਬਰ ਆਫ ਉਹਦੇ 'ਚ ਉਹਨਾਂ ਨੇ ਉਹਨੂੰ ਡਿਫਾਈਨ, ਅਤੇ ਈਵਨ ਜਿਨ੍ਹਾਂ ਦੀ ਮੈਂਟਲ ਮੇਕਅਪ ਵੀ ਇੱਕ ਹੈ, ਸਾਈਕਾਲੋਜੀ, ਮਾਨਸਿਕਤਾ ਇੱਕ ਹੈ, ਸਾਈਕੀ ਲੰਮੇ ਚਿਰ 'ਚ ਬਣ ਜਾਂਦੀ ਹੈ। ਸੋ ਉਹ ਇੱਕ ਆਧਾਰ ਮਿਲਤਾ ਕਿ ਉਹ ਨੇਸ਼ਨ ਯੂਨਿਟਸ ਬਣ ਗਈਆਂ ਦੁਨੀਆ ਦੀਆਂ। ਫ੍ਰੈਂਚ ਨੇਸ਼ਨ, ਜਰਮਨ ਨੇਸ਼ਨ, ਇਟਾਲੀਅਨ ਨੇਸ਼ਨ, ਸਪੈਨਿਸ਼, ਉਹ ਸਾਰੀਆਂ ਬਣਾਤਾ ਉਹਨਾਂ ਨੇ ਨਾ, ਮਤਲਬ ਇਸ ਤਰ੍ਹਾਂ ਡਿਫਾਈਨ ਕਰਤਾ। ਸੋ ਵੀ ਉਹਦੇ 'ਚ ਫਿਰ ਇਹ ਕਰਤਾ ਵੀ ਐਵਰੀ ਨੇਸ਼ਨ ਹੈਜ਼ ਦੀ ਰਾਈਟ ਟੂ ਮੈਨੇਜ ਇਟਸ ਓਨ ਅਫੇਅਰਸ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਉਹਨੂੰ ਰਾਜ ਕਰਨ ਦਾ ਅਧਿਕਾਰ। ਇਹ ਇੱਕ ਪ੍ਰਿੰਸੀਪਲ ਬਣ ਗਿਆ, ਪਰ ਕੰਸੀਡ ਹੌਲੀ ਹੌਲੀ ਹੋਇਆ। ਸਾਮਰਾਜ ਬਣੇ ਪਹਿਲਾਂ, ਕਲੋਨੀਅਲਿਜ਼ਮ ਵੀ ਆਇਆ, ਜਾ ਕੇ ਦੂਜਿਆਂ ਦੇਸ਼ਾਂ 'ਤੇ ਕਬਜ਼ੇ ਕੀਤੇ, ਪਰ ਜਿਹੜੇ ਦੂਜੇ ਦੇਸ਼ਾਂ 'ਤੇ ਜਾ ਕੇ ਕਬਜ਼ੇ ਕੀਤੇ, ਉਹਦੀ ਉਹਨਾਂ ਕੋਲ ਜਸਟੀਫਿਕੇਸ਼ਨ ਸੀ ਬਹੁਤ ਵੱਡੀ। ਉਹਨਾਂ ਦਾ ਇਹ ਸੀ ਕਿ ਅਸੀਂ ਤਾਂ ਨੇਸ਼ਨਸ ਬਣ ਗਏ, ਵੀ ਆਰ ਐਡਵਾਂਸਡ, ਕਲਚਰਲੀ ਐਡਵਾਂਸਡ ਆ ਅਸੀਂ ਤਾਂ, ਪਰ ਜਿਹੜੇ ਦੂਜੇ ਨੇ ਏਸ਼ੀਆ ਅਫਰੀਕਾ ਦੇ ਲੋਕ, ਉਹ ਤਾਂ ਬਹੁਤ ਪਿੱਛੇ ਫਿਰਦੇ ਨੇ ਮੱਧ ਯੁੱਗ ਦੇ ਵਿੱਚ। ਸੋ ਉਹ ਤਾਂ ਜੇ ਇਸ ਦੇ ਕਾਬਲ ਹੀ ਨਹੀਂ ਵੀ ਉਹ ਆਪ ਰਾਜ ਕਰ ਸਕਣ, ਉਹ ਤਾਂ ਇੰਨੇ ਅਯੋਗ ਨੇ। ਸੋ ਅਸੀਂ ਜਾ ਕੇ ਉਹਨਾਂ ਨੂੰ ਯੋਗ ਬਣਾਉਣਾ ਹੈ, ਉਹਨਾਂ ਨੂੰ ਸਿਵਲਾਈਜ਼ ਕਰਨਾ ਹੈ। ਸੋ ਐਕਚੁਅਲੀ ਕਲੋਨੀਅਲਿਜ਼ਮ ਨੂੰ ਇੱਕ ਸਿਵਲਾਈਜੇਸ਼ਨ ਮਿਸ਼ਨ, ਜਿਹਨੂੰ ਫਿਰ ਵਾਈਟ ਮੈਨਸ ਬਰਡਨ ਕਿਹਾ ਗਿਆ, ਕਿ ਸਾਨੂੰ ਤਾਂ ਉੱਥੇ ਜਾ ਕੇ ਆਪਦੇ ਸਾਰੇ ਸੁੱਖ ਆਰਾਮ ਵੀ ਛੱਡਣੇ ਪੈ ਰਹੇ ਹਨ, ਜਾਨਾਂ ਵੀ ਦੇਣੀਆਂ ਪੈ ਰਹੀਆਂ, ਵੀ ਤਾਂ ਕਿ ਉਹ ਉਹਨਾਂ ਨੂੰ ਕੋਈ ਅਕਲ ਆ ਜੇ। ਸੋ ਉਹ ਤਾਂ ਸਾਨੂੰ, ਉਹ ਤਾਂ ਇਹ ਕਹਿੰਦੇ ਸੀ ਵੀ ਇਸ ਤਰ੍ਹਾਂ ਸਿਵਲਾਈਜੇਸ਼ਨ ਦਾ ਪਾਠ ਪੜ੍ਹਾ ਰਹੇ ਹਾਂ। ਦੇ ਆਰ ਨਾਟ ਸਿਵਲਾਈਜ਼ਡ, ਇਹ ਜੰਗਲੀ ਲੋਕ ਬੰਦੇ ਹੀ ਹੈ ਨਹੀਂ। ਤੁਹਾਨੂੰ ਯਾਦ ਹੈ ਜਦੋਂ ਆਸਟ੍ਰੇਲੀਆ ਦੇ ਵਿੱਚੋਂ ਉਹ ਕਿਹਾ ਕੈਪਟਨ ਕੁੱਕ ਸਭ ਤੋਂ ਪਹਿਲਾਂ, ਉਹਨੇ ਉੱਥੋਂ ਜੋ ਰਿਪੋਰਟ ਭੇਜੀ ਵੀ ਇੱਥੇ ਮਨੁੱਖ ਨਹੀਂ ਰਹਿੰਦੇ, ਇਹ ਤਾਂ ਜਾਨਵਰ ਨੇ ਜਿਹੜੇ ਇੱਥੋਂ ਦੇ ਐਬੋਰੀਜਨਲਸ ਨੇ। ਸੋ ਜਿਹਨੂੰ ਤੁਸੀਂ ਹਿਊਮਨ ਬੀਇੰਗ ਐਕਸੈਪਟ ਨਹੀਂ ਕਰਦੇ, ਇਟ ਮੀਨਸ ਤੁਸੀਂ ਉਹਨੂੰ ਜਿਵੇਂ ਮਰਜ਼ੀ ਕਰ ਸਕਦੇ ਹੋ। ਡੰਗਰ ਨੂੰ ਆਪਾਂ ਕੁੱਟ ਸਕਦੇ ਹਾਂ, ਬੰਨ੍ਹ ਸਕਦੇ ਹਾਂ, ਨੂੜ ਸਕਦੇ ਹਾਂ, ਮਾਰ ਸਕਦੇ ਹਾਂ, ਉਹਦਾ ਕੋਈ ਰਾਈਟ ਨਹੀਂ। ਰਾਈਟ ਹੈ ਹਿਊਮਨ ਦਾ। ਹਿਊਮਨ ਤੁਸੀਂ ਉਹਨੂੰ ਮੰਨ ਨਹੀਂ ਰਹੇ ਬਰਾਬਰ ਦਾ। ਸੇਮ ਗੱਲ ਇਹਨਾਂ ਦੀ ਸੀਗੀ, ਜਿੱਥੇ ਜਿੱਥੇ ਜਾ ਕੇ ਇਹਨਾਂ ਨੇ ਕਬਜ਼ੇ ਕੀਤੇ ਧਰਤੀਆਂ 'ਤੇ, ਗੁਲਾਮ ਬਣਾਏ, ਉਹਨਾਂ ਬਾਰੇ ਇਹਨਾਂ ਦੀ ਇਹ ਸੀ ਵੀ ਤਾਂ ਜਾਂਗਲੀ ਲੋਕ ਬਿਲਕੁਲ ਗੰਵਾਰ, ਅਤੇ ਅਸੀਂ ਤਾਂ ਇਹਨਾਂ ਨੂੰ ਸਹੀ ਕਰਨਾ ਹੈ। ਇਹ ਹੈਗਾ ਵੀ ਨੈਸ਼ਨਲਿਜ਼ਮ ਨਾ ਪੂਰੀ ਦੁਨੀਆ 'ਚ ਇੱਕ ਤਰ੍ਹਾਂ ਨਾਲ ਇਹ ਹੈਗਾ ਵੀ ਆਪਣੀ ਕੌਮ ਲਈ, ਆਪਣੇ ਧਰਮ ਲਈ, ਜਾਂ ਉਸ ਧਰਮ ਦੇ ਜਾਂ ਬੋਲੀ ਦੇ ਆਧਾਰ 'ਤੇ ਜਿਹੜੀ ਕੌਮ ਉਸਰੀ ਹੋਈ ਆ, ਉਸ ਦੀ ਜਿਹੜਾ ਰਾਜਨੀਤਿਕ ਪੋਲੀਟੀਕਲ ਡਿਸਕੋਰਸ ਆਪਾਂ ਕਹਿ ਦਈਏ, ਉਹਨੂੰ ਨੈਸ਼ਨਲਿਜ਼ਮ ਕਿਹਾ ਜਾਂਦਾ। ਇੱਕ ਘੱਟ ਗਿਣਤੀ ਹੁੰਦੀ ਆ, ਉਹਨੂੰ ਐਥਨਿਕ ਕਹਿੰਦੇ ਹੈਗੇ, ਹੈ ਨਾ।
ਵੀ ਜਿਹੜੇ ਫਿਲਾਸਫੀਕਲ ਵਰਡ ਨਾ ਐਥਨੀ ਜਾਂ ਐਥਨਿਕ ਮਿਨੋਰਿਟੀ ਨੂੰ ਨਾ ਪਹਿਲਾਂ ਇਹਨੂੰ ਐਥਨੀ ਕਿਹਾ ਜਾਂਦਾ ਸੀ। ਐਥਨੀ ਹੈਗੀ ਆ ਵੀ ਐਥਨੀ ਤੋਂ ਨੇਸ਼ਨ ਬਣਦਾ ਹੈਗਾ। ਐਥਨੀ ਨੇਸ਼ਨ ਵਿੱਚ ਤਬਦੀਲ ਹੁੰਦੀ ਆ। ਉਹ ਨੇਸ਼ਨ ਫਿਰ ਜਦੋਂ ਰਾਜਨੀਤਿਕ ਸਰਗਰਮੀ ਕਰਦਾ ਤਾਂ ਨੈਸ਼ਨਲਿਜ਼ਮ ਹੋ ਜਾਂਦਾ। ਠੀਕ ਹੈ, ਐਥਨੀ ਹੁੰਦੀ ਇੱਕ ਘੱਟ ਗਿਣਤੀ, ਇੱਕ ਕਮਿਊਨਿਟੀ, ਇੱਕ ਸੱਭਿਆਚਾਰਕ ਗਰੁੱਪ। ਉਹਦਾ ਆਪਣਾ ਵੱਖਰਾ ਧਰਮ ਹੁੰਦਾ, ਆਪਣੀ ਬੋਲੀ ਹੁੰਦੀ ਆ, ਆਪਣੇ ਨਿਆਰੇ ਸੰਸਕਾਰ ਹੁੰਦੇ ਆ, ਅਤੇ ਉਹਦਾ ਮਤਲਬ ਕਿ ਉਹਦਾ ਇਤਿਹਾਸ ਵੱਖਰਾ ਹੁੰਦਾ, ਉਹਦਾ ਸੋਚਣ ਸਮਝਣ ਦਾ ਢੰਗ ਵੱਖਰਾ ਹੁੰਦਾ। ਜਦੋਂ ਬਹੁਤ ਸਾਰੀਆਂ ਕੌਮਾਂ ਰਹਿੰਦੀਆਂ ਜਿੱਦਾਂ ਆਪਾਂ ਕਹਿ ਕੇ ਆਏ ਹੈਗੇ ਆ, ਉਹਦੇ 'ਚੋਂ ਜਦੋਂ ਤਾਂ ਐਥਨੀ ਇੱਕ ਸੱਭਿਆਚਾਰ ਜਸਟ ਇਹ ਵੀ ਚੇਤਨਤਾ ਹੈਗੀ ਆ, ਹੈ ਨਾ, ਵੀ ਉਹ ਐਥਨਿਕ ਮਿਨੋਰਿਟੀ ਆ, ਵੀ ਚੇਤਨਤਾ ਪਈ ਆ, ਹੋਰ ਅੱਗੇ ਕੁਛ ਨਹੀਂ। ਜਦੋਂ ਉਹ ਐਜ਼ ਏ ਨੇਸ਼ਨ ਉਦੋਂ ਬਣਦੀ ਹੈਗੀ ਆ ਜਦੋਂ ਉਹਨੂੰ ਇਹ ਅਹਿਸਾਸ ਹੋ ਜਾਂਦਾ ਵੀ ਸਾਡੀ ਚੇਤਨਤਾ ਨੂੰ ਖਤਮ ਕਰਨ ਦੇ ਯਤਨ ਹੋ ਰਹੇ ਨੇ ਕਿਸੇ ਪਾਸਿਓਂ। ਸੋ ਅਸੀਂ ਆਪਣੀ ਇਸ ਨਿਆਰੇਪਣ ਨੂੰ ਬਚਾਉਣ ਲਈ ਪੋਲੀਟੀਕਲ ਕੋਈ ਸਰਗਰਮੀ ਕਰਨੀ ਹੈ। ਜਿਹੜਾ ਵਰਤਮਾਨ ਢਾਂਚਾ, ਰਾਜਨੀਤਿਕ ਢਾਂਚਾ ਉਸਰਿਆ ਹੋਇਆ ਨਾ, ਉਹਦੇ ਵਿੱਚ ਜਾਂ ਤਾਂ ਡੈਂਟ ਪਾਉਣਾ ਜਾਂ ਇਹਨੂੰ ਪੂਰੀ ਤਰ੍ਹਾਂ ਤਬਦੀਲ ਕਰਕੇ ਆਜ਼ਾਦੀ ਹਾਸਲ ਕਰ ਲੈਣੀ ਹੈ। ਸੋ ਜਦੋਂ ਰਾਜਨੀਤਿਕ ਤੌਰ 'ਤੇ ਕੋਈ ਐਥਨਿਕ ਮਿਨੋਰਿਟੀ ਸਰਗਰਮ ਹੋ ਜਾਂਦੀ ਹੈ, ਉਹ ਨੇਸ਼ਨ ਦਾ ਫਿਰ ਰੂਪ ਧਾਰ ਜਾਂਦੀ ਹੈ। ਅਤੇ ਇਹ ਨਹੀਂ ਹੈਗਾ ਵੀ ਸਾਰੀਆਂ ਘੱਟ ਗਿਣਤੀਆਂ ਹੀ ਨੇਸ਼ਨ ਬਣ ਜਾਂਦੀਆਂ ਨੇ। ਬਹੁਤ ਥੋੜ੍ਹੀਆਂ ਘੱਟ ਗਿਣਤੀਆਂ ਨੇ ਜਿਹੜੀਆਂ ਨੇਸ਼ਨ ਤੱਕ ਜਾਂਦੀਆਂ। ਇਹ ਉਹਨਾਂ ਦੀ ਸਮਰੱਥਾ, ਉਹਨਾਂ ਦੀ ਚੇਤਨਤਾ, ਉਹਨਾਂ ਦੀ ਅਗਵਾਈ, ਉਹਨਾਂ ਦੀ ਸੋਝੀ ਔਰ ਉਹਨਾਂ ਨੂੰ ਜਿਹੜਾ ਰਾਜਨੀਤਿਕ ਅਤੇ ਅਕੈਡਮਿਕ ਤੌਰ 'ਤੇ ਜਿਸ ਕਿਸਮ ਦੀ ਸੋਚ ਮਿਲੀ ਹੈ, ਉਹਦੇ 'ਤੇ ਡਿਪੈਂਡ ਕਰਦਾ ਵੀ ਇੱਕ ਐਥਨਿਕ ਮਿਨੋਰਿਟੀ ਨੇਸ਼ਨ ਵਿੱਚ ਤਬਦੀਲ ਹੁੰਦੀ ਹੈ ਕਿ ਨਹੀਂ। ਪ੍ਰੋਫੈਸਰ ਪੌਲ ਬਰਾਸ ਨੇ ਭਾਰਤ ਦੀਆਂ ਬਹੁਤ ਸਾਰੀਆਂ ਘੱਟ ਗਿਣਤੀਆਂ ਦਾ ਨਾ ਅਧਿਐਨ ਕੀਤਾ। ਬਹੁਤ ਵੱਡੇ ਇਤਿਹਾਸਕਾਰ ਨੇ, ਸਿਆਟਲ ਯੂਨੀਵਰਸਿਟੀ ਦੇ ਹਿਸਟਰੀ ਡਿਪਾਰਟਮੈਂਟ ਦੇ ਹੈੱਡ ਨੇ। ਉਹਨਾਂ ਦਾ ਇਹ ਕਹਿਣਾ ਹੈਗਾ ਵੀ ਭਾਰਤ ਦੀਆਂ ਬਹੁਤ ਸਾਰੀਆਂ ਘੱਟ ਗਿਣਤੀਆਂ ਵਿੱਚੋਂ ਸਿਰਫ ਸਿੱਖ ਹੀ ਇੱਕ ਅਜਿਹੀ ਘੱਟ ਗਿਣਤੀ ਹੈ ਜਿਹੜੀ ਕੌਮ ਦਾ ਦਰਜਾ ਅਤੇ ਮਾਣ ਹਾਸਲ ਕਰ ਸਕੀ ਹੈ। ਉਹਨਾਂ ਦੀ ਬੋਲੀ ਦਾ ਵੱਖਰਾਪਣ, ਉਹਨਾਂ ਦਾ ਸਿਧਾਂਤਕ ਤੌਰ 'ਤੇ ਚੇਤਨ ਰਹਿਣਾ, ਉਹਨਾਂ ਦਾ ਆਪਣੇ ਧਰਮ ਨਾਲ ਜਿਹੜਾ ਜੁੜੇ ਰਹਿਣਾ, ਉਹਨਾਂ ਦਾ ਨਿਆਰਾਪਣ ਅਤੇ ਇਸ ਕਿਸਮ ਦੀਆਂ ਕਹਿੰਦਾ ਉਹਨੇ ਬਹੁਤ ਸਾਰੀਆਂ ਗੱਲਾਂ ਲਿਖਾਈਆਂ ਨੇ। ਇਹ ਹੈਗਾ ਵੀ ਸਾਰੀਆਂ ਘੱਟ ਗਿਣਤੀਆਂ ਕੌਮ ਵਿੱਚ ਤਬਦੀਲ ਨਹੀਂ ਹੁੰਦੀਆਂ। ਬਹੁਤ ਥੋੜ੍ਹੀਆਂ ਘੱਟ ਗਿਣਤੀਆਂ ਨੇ ਜਿਨ੍ਹਾਂ ਵਿੱਚ ਇੰਨੀ ਸਮਰੱਥਾ ਹੁੰਦੀ ਹੈ ਵੀ ਉਹ ਕੌਮ ਵਿੱਚ ਤਬਦੀਲ ਹੋ ਜਾਂਦੀਆਂ। ਜਦੋਂ ਉਹ ਕੌਮ ਫਿਰ ਆਪਣੀ ਮੁਕਤੀ ਲਈ ਜਾਂ ਸਿਆਸੀ ਆਜ਼ਾਦੀ ਲਈ ਸਰਗਰਮੀ ਕਰਦੀ ਹੈ, ਉਹ ਨੈਸ਼ਨਲਿਜ਼ਮ ਹੋ ਜਾਂਦਾ। ਉਸ ਸਿਆਸੀ ਸਰਗਰਮੀ ਨੂੰ ਨੈਸ਼ਨਲਿਜ਼ਮ ਕਿਹਾ ਜਾ ਸਕਦਾ। ਸੋ ਜਿਹੜਾ ਤੁਸੀਂ ਇਹ ਸਵਾਲ ਪਾਇਆ ਵੀ ਨੁਕਸਾਨ ਹੋਇਆ ਜਾਂ ਫਾਇਦਾ ਹੋਇਆ, ਉਹਦੇ 'ਚੋਂ ਆ ਵੀ ਉਹਦੇ ਜੇ ਤੁਸੀਂ ਚੇਤਨ ਆ ਆਪਣੇ ਨੇਸ਼ਨ ਪ੍ਰਤੀ ਤਾਂ ਤੁਹਾਡਾ ਫਾਇਦਾ ਹੁੰਦਾ। ਤੁਹਾਨੂੰ ਇਹ ਅਹਿਸਾਸ ਹੁੰਦਾ ਵੀ ਸਾਡੇ ਖਿਲਾਫ ਕੋਈ ਵਿਚਾਰਧਾਰਕ, ਕੋਈ ਇਤਿਹਾਸਕ ਅਤੇ ਸਿਧਾਂਤਕ ਜੰਗ ਲੜੀ ਜਾ ਰਹੀ ਹੈ। ਅਸੀਂ ਉਸ ਜੰਗ ਵਿੱਚ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਇਤਿਹਾਸ ਇਹੀ ਹੈ ਵੀ ਭੁਲਾ ਦੇਣ ਦੇ ਖਿਲਾਫ ਯਾਦ ਰੱਖਣ ਦੀ ਜੰਗ ਹੈ। ਅਤੇ ਜਦੋਂ ਕੋਈ ਨੇਸ਼ਨ ਨੈਸ਼ਨਲਿਜ਼ਮ ਦੀ ਸਰਗਰਮੀ ਵਿੱਚ ਆਉਂਦਾ, ਉਹ ਆਪਣੇ ਇਤਿਹਾਸ ਨੂੰ ਵਾਰ-ਵਾਰ ਯਾਦ ਕਰਦਾ ਹੈ। ਆਪਣੇ ਇਤਿਹਾਸ ਨੂੰ, ਆਪਣੇ ਧਰਮ ਨੂੰ, ਆਪਣੀ ਬੋਲੀ ਨੂੰ ਲਗਾਤਾਰ ਚਿਤਾਰ ਕੇ ਜਦੋਂ ਕੋਈ ਕੌਮ ਚੇਤਨਤਾ ਵਿੱਚ ਆਉਂਦੀ ਹੈ ਤਾਂ ਉਹੀ ਨੈਸ਼ਨਲਿਜ਼ਮ ਹੁੰਦਾ ਹੈ। ਹਾਂ, ਜਿਹੜਾ ਨੁਕਸਾਨ ਉਹ ਹੈਗਾ ਵੀ ਜਿਹੜਾ ਭਾਰਤੀ ਨੈਸ਼ਨਲਿਜ਼ਮ ਲਗਾਤਾਰ ਸਿੱਖਾਂ ਦੇ ਨੈਸ਼ਨਲਿਜ਼ਮ ਨੂੰ ਖਤਮ ਕਰਨ ਦਾ ਯਤਨ ਕਰ ਰਿਹਾ ਹੈ, ਉਹ ਨੁਕਸਾਨਦਾਇਕ ਆ ਸਿੱਖਾਂ ਲਈ। ਸਿੱਖਾਂ ਨੂੰ ਉਸ ਮਾਮਲੇ ਵਿੱਚ ਆਪਣਾ ਜਿਹੜਾ ਕੌਮੀ ਨਿਆਰਾਪਣ ਅਤੇ ਆਪਣਾ ਨੈਸ਼ਨਲਿਜ਼ਮ ਆ ਨਿੱਜੀ, ਉਹਦੇ ਬਾਰੇ ਚੇਤਨ ਰਹਿਣ ਦੀ ਲੋੜ ਹੈ। ਉਹਨੂੰ ਅੱਗੇ ਸਿਧਾਂਤਕ ਤੌਰ 'ਤੇ ਵਿਖਿਆਉਣ ਦੀ ਲੋੜ ਹੈ ਅਤੇ ਉਹਦੇ 'ਤੇ ਰਾਜਨੀਤਿਕ ਸਰਗਰਮੀ ਵਿੱਢਣ ਦੀ ਲੋੜ ਹੈ। ਜਦੋਂ ਵੀ ਕੋਈ ਨੇਸ਼ਨ ਬਿਲਡਿੰਗ ਹੁੰਦੀ ਹੈ ਤਾਂ ਉਸ ਵਿੱਚ ਛੋਟੀਆਂ ਕੌਮਾਂ ਨੂੰ ਖਤਮ ਕੀਤਾ ਜਾਂਦਾ ਹੈ। ਭਾਰਤ ਵਿੱਚ ਵੀ ਵੱਖ-ਵੱਖ ਕੌਮਾਂ ਰਹਿੰਦੀਆਂ ਹਨ, ਜਿਵੇਂ ਕਿ ਸਿੱਖ, ਰਾਜਸਥਾਨੀ, ਬੰਗਾਲੀ, ਮਰਾਠੀ, ਤਮਿਲ। ਇਸੇ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਭਾਰਤ ਬਣਾਇਆ ਗਿਆ। ਇਹ ਵਰਤਾਰਾ ਇਕੱਲੇ ਭਾਰਤ ਵਿੱਚ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਵਾਪਰ ਚੁੱਕਾ ਹੈ। ਯੂਰਪ ਦੇ ਵਿੱਚ ਵੀ ਬਹੁਤ ਸਾਰੀਆਂ ਛੋਟੀਆਂ ਕੌਮਾਂ ਨੂੰ ਖਤਮ ਕਰਕੇ ਵੱਡੇ ਨੇਸ਼ਨ ਬਣਾਏ ਗਏ। ਦੇਖੋ, ਯੂਰਪ ਦੇ ਵਿੱਚ ਵੀ ਇਹ ਚੱਲਿਆ। ਅੱਜ ਅਸੀਂ ਕਿਉਂਕਿ ਸਾਨੂੰ ਦਿਸਦਾ ਕੁਛ ਨਹੀਂ ਅਤੇ ਸਾਨੂੰ ਇਹ ਲੱਗਦਾ ਜਿਵੇਂ ਯੂਰਪ ਦੇ ਵਿੱਚ ਤਾਂ ਇਹ ਪਹਿਲਾਂ ਤੋਂ ਇੱਕ ਨੇਸ਼ਨ ਸੀ। ਇਟ ਵਾਜ਼ ਨਾਟ ਲਾਈਕ ਦਿਸ। ਜੋ ਫਰੈਂਚ ਨੇਸ਼ਨ ਬਣੀ, ਤੁਸੀਂ ਉਹਦੀਆਂ ਸਟੱਡੀਜ਼ ਪੜ੍ਹੋ ਵੀ ਉਹਨੇ ਕਿੰਨੀ ਜਿਹੜੀ ਉੱਥੇ ਡਾਈਵਰਸਿਟੀ ਸੀ। ਲੋਕਾਂ ਦੇ ਬਲੀਫ ਸਿਸਟਮ ਅਲੱਗ-ਅਲੱਗ ਸੀ, ਕਸਟਮ ਅਲੱਗ-ਅਲੱਗ ਸੀ, ਈਵਨ ਲੈਂਗੁਏਜ ਵੀ ਇੱਕ ਨਹੀਂ ਸੀ। ਇਹ ਸਾਨੂੰ ਅੱਜ ਲੱਗਣ ਲੱਗ ਗਿਆ। ਬਹੁਤ ਵੇਰੀਏਸ਼ਨ ਸੀਗੀਆਂ। ਈਵਨ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਸਕ੍ਰਿਪਟਸ ਵੀ ਅਲੱਗ-ਅਲੱਗ ਸੀ। ਸੋ ਨੇਸ਼ਨ ਦਾ ਜਿਹੜਾ ਸਿਲਸਿਲਾ, ਸਭ ਤੋਂ ਇੰਪੋਰਟੈਂਟ ਇਹ ਗੱਲ ਹੈ, ਨੇਸ਼ਨ ਪਹਿਲਾਂ ਇੱਕ ਆਈਡੀਆ ਬਣਦਾ ਮਨ 'ਚ,
ਫਿਰ ਇਹ ਹੁੰਦਾ ਵੀ ਅਸੀਂ ਇਹਨੂੰ ਪ੍ਰੈਕਟੀਕਲ ਸ਼ੇਪ ਦੇਣੀ, ਜਿਹਨੂੰ ਕਹਿੰਦੇ ਨੇਸ਼ਨ ਬਿਲਡਿੰਗ, ਵੀ ਅਸੀਂ ਨੇਸ਼ਨ ਬਣਾਉਣੀ ਆ। ਆਈਡੀਆ ਹੈ ਉਹ ਜਦੋਂ ਨੇਸ਼ਨ ਬਣਾਉਣਾ, ਨੇਸ਼ਨ ਬਿਲਡਿੰਗ ਐਂਡ ਸਟੇਟ ਬਿਲਡਿੰਗ, ਇਹ ਸਾਈਮਲਟੇਨੀਅਸ ਜਿਵੇਂ ਜੋੜੇ ਵਰਤਾਰੇ ਹੈ, ਟਵਿਨ। ਨੇਸ਼ਨ ਬਿਲਡਿੰਗ ਦੇ ਪ੍ਰੋਸੈਸ 'ਚ ਹਮੇਸ਼ਾ ਹੀ ਜਿੱਥੇ ਵੀ ਹੋਇਆ ਦੁਨੀਆ 'ਚ, ਉੱਥੇ ਬਹੁਤ ਸ਼ਾਂਗ ਸ਼ੰਗਾਈ ਤੇ ਕੱਟ ਵੱਢ ਮਾਰ ਧਾੜ ਹੋਈ ਹੈ ਕਿ ਤੁਹਾਡੇ ਮਨ 'ਚ ਇੱਕ ਬਣ ਗਿਆ ਆਈਡੀਆ ਨੇਸ਼ਨ ਦਾ, ਜਿਹੜੀ ਚੀਜ਼ ਉਸ ਚੌਕਟੇ 'ਚ ਫਿੱਟ ਨਹੀਂ ਹੁੰਦੀ, ਭਾਵੇਂ ਉਹ ਕਲਚਰਲ ਹੈ, ਭਾਵੇਂ ਉਹ ਲੈਂਗੁਏਜ ਹੈ, ਭਾਵੇਂ ਉਹ ਰਿਲੀਜਨ ਹੈ, ਤੇ ਭਾਵੇਂ ਉਹ ਆਈਡੀਆ ਦੀ ਲੈਵਲ 'ਤੇ ਹੈ, ਨੌਲੇਜ ਸਿਸਟਮ, ਜਿਹੜੀ ਉਹਦੇ ਵਿੱਚ ਫਿੱਟ ਨਹੀਂ ਹੁੰਦੀ, ਉਹ ਕ੍ਰਸ਼ ਕੀਤੀ ਜਾਊ ਇਨ ਵਨ ਫਾਰਮ ਔਰ ਅਨਦਰ। ਸੋ ਯੂਰਪ ਦੇ ਵਿੱਚ ਜਿੰਨੀਆਂ ਇਹ ਨੇਸ਼ਨਸ ਬਣੀਆਂ, ਇਨਕਲੂਡਿੰਗ ਦਿਸ ਜਿਹੜੀ ਇੰਗਲੈਂਡ ਦਾ ਹੈਗਾ, ਇੱਥੇ ਬਹੁਤ ਕੁਛ ਜਿਹੜੇ ਡਿਫਰੈਂਸ ਸੀਗੇ ਇੰਟਰਨਲ, ਉਹਨਾਂ ਸਾਰਿਆਂ ਨੂੰ ਸਪਰੈਸ ਕਰਕੇ, ਖ਼ਤਮ ਕਰਕੇ, ਸੋ ਯੂਨੀਫਾਰਮਿਟੀ ਲਿਆਂਦੀ। ਇਹ ਕੈਪੀਟਲਿਜ਼ਮ ਦੀ ਵੀ ਨੀਡ ਸੀ, ਇਕਨੋਮਿਕ ਯੂਨੀਫਾਰਮਿਟੀ, ਇੱਕੋ ਹੀ ਕਿਸਮ ਦਾ ਸਭ ਕੁਛ ਹੋਵੇ। ਸੋ ਨੇਸ਼ਨ ਬਿਲਡਿੰਗ ਦਾ ਪ੍ਰੋਸੈਸ ਇਨ ਇਟਸੈਲਫ ਇਹ ਹੈਗਾ ਕਿ ਨੇਸ਼ਨ ਬਿਲਡਿੰਗ ਦੇ ਪ੍ਰੋਸੈਸ ਦੌਰਾਨ ਬਹੁਤ ਕੁਛ ਤਬਾਹ ਕੀਤਾ ਜਾਂਦਾ ਲੋਕਾਂ ਦਾ, ਫਿਰ ਜਾ ਕੇ ਉਹ ਯੂਨੀਫਾਰਮਿਟੀ ਆਉਂਦੀ। ਇੱਥੇ ਕਿਉਂਕਿ 200 ਸਾਲ ਚੱਲ ਗਿਆ ਤੇ ਸਾਨੂੰ ਅੱਜ ਨਹੀਂ ਦਿਸਦਾ, ਹੌਲੀ ਹੌਲੀ ਇਹਨਾਂ ਨੇ ਉਹ ਇਤਿਹਾਸ 'ਚੋਂ ਕੱਢਤਾ ਵੀ ਇਹ ਕਿਵੇਂ ਬਣੀਆਂ ਨੇਸ਼ਨਸ, ਪਰ ਪਿਆ ਹੁਣ ਜਿਹੜੇ ਇੱਥੋਂ ਦੇ ਸਕਾਲਰ ਨੇ ਉਹ ਇਹ ਗੱਲਾਂ ਕੱਢ ਕੇ ਲਿਆ ਰਹੇ ਨੇ ਕਿ ਫਰਾਂਸ ਦੇ ਵਿੱਚ, ਜਰਮਨੀ ਦੇ ਵਿੱਚ, ਇੱਥੇ ਆਪਣੇ ਇੰਗਲੈਂਡ ਦੇ ਵਿੱਚ ਕਿੰਨੀਆਂ ਜਿਹੜੀਆਂ ਸੀਗੀਆਂ ਡਾਇਵਰਸਿਟੀਜ਼ ਕਲਚਰਲ, ਉਹ ਖਤਮ ਕੀਤੀਆਂ ਤੇ ਫਿਰ ਇਹ ਨੇਸ਼ਨਸ ਬਣਾਈਆਂ। ਸੋ ਇਸ ਕਰਕੇ ਇਹਦਾ ਪੱਕੀ ਗੱਲ ਹੈ ਕਿ ਨੇਸ਼ਨ ਬਿਲਡਿੰਗ ਇਨ ਇਟਸੈਲਫ ਇਜ਼ ਏ ਓਪਰੈਸਿਵ ਪ੍ਰੋਸੈਸ। ਬਹੁਤ ਕੁਛ ਉਹਦੇ ਵਿੱਚ ਛਾਂਗਿਆ, ਮਾਰਿਆ ਤੇ ਖਤਮ ਕੀਤਾ ਜਾਂਦਾ, ਫਿਰ ਜਾ ਕੇ ਨੇਸ਼ਨ ਬਣਦੀ। ਅੱਜ ਅਸੀਂ ਭਾਰਤ ਦੀ ਗੱਲ ਸੁਣਦੇ ਹਾਂ, ਪਰ ਸੱਚਾਈ ਇਹ ਹੈ ਕਿ 1947 ਤੋਂ ਪਹਿਲਾਂ ਭਾਰਤ ਜਾਂ ਇੰਡੀਆ ਦਾ ਕੋਈ ਆਈਡੀਆ ਹੀ ਨਹੀਂ ਸੀ। 550 ਤੋਂ ਵੱਧ ਪ੍ਰਿੰਸਲੀ ਸਟੇਟ ਸਨ। ਫਿਰ ਇਹ ਕਿਸ ਦੀ ਚਲਾਕੀ ਸੀ ਕਿ ਇਸ ਪ੍ਰਿੰਸਲੀ ਸਟੇਟਸ ਨੂੰ ਖਤਮ ਕਰਕੇ ਇੱਕ ਪੂਰਾ ਭਾਰਤ ਜਾਂ ਇੰਡੀਆ ਬਣਾਇਆ ਗਿਆ। ਹੁਣ ਸਵਾਲ ਇੱਥੇ ਇਹ ਉੱਠਦਾ ਹੈ ਕਿ ਫਿਰ ਇੰਡੀਆ ਦਾ ਫਾਰਮੂਲਾ ਆਇਆ ਕਿੱਥੋਂ? ਕਿਸ ਤਰੀਕੇ ਦੇ ਨਾਲ ਇੰਨੀਆਂ ਸਾਰੀਆਂ ਸਟੇਟਸ ਖਤਮ ਕਰਕੇ ਇਸ ਨੂੰ ਇੱਕ ਪੂਰਾ ਭਾਰਤ ਬਣਾਇਆ ਗਿਆ? ਇਹਨਾਂ ਨੇ ਬਣਾ ਲਈਆਂ। ਹੁਣ ਜਾ ਕੇ ਇੰਡੀਆ 'ਚ ਤੁਸੀਂ ਦੇਖਦੇ ਹੋ ਕਿ ਇੰਡੀਆ 'ਚ ਤਾਂ ਇੰਨੀ ਡਿਵਰਸਿਟੀ ਸੀ ਜਿਹੜੀ ਯੂਰਪ ਨਾਲੋਂ ਵੀ ਕਿਤੇ ਵੱਧ ਸੀਗੀ। ਸੋ ਉਹ ਉੱਥੇ ਜਾ ਕੇ ਇਹ ਆਈਡੀਆ ਮਤਲਬ ਦੇਣਾ, ਇਹ ਆਈਡੀਆ ਉੱਥੋਂ ਦੇ ਇਕੱਲੇ ਹਿੰਦੂ ਨੇ ਨਹੀਂ ਦਿੱਤਾ। ਸੋ ਇਹ ਆਈਡੀਆ ਜਿਹੜਾ ਸੀਗਾ, ਜਿਹੜੇ ਇੱਥੋਂ ਦੇ ਸਕਾਲਰ ਸੀ, ਓਰੀਐਂਟਲਿਸਟ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਸੋ ਉਹਨਾਂ ਨੇ ਜਾ ਕੇ ਕਲਕੱਤਾ ਹੈੱਡਕੁਆਟਰ ਬਣਾਇਆ, ਫਿਰ ਬੰਬੇ ਹੈੱਡਕੁਆਟਰ ਬਣਾਇਆ, ਜਿੱਥੇ ਜਾ ਕੇ ਉਹਨਾਂ ਨੇ ਰਿਸਰਚ ਕੀਤੀ, ਉਹਨਾਂ ਨੇ ਉੱਥੋਂ ਦੀਆਂ ਟ੍ਰੈਡੀਸ਼ਨਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਪਰ ਕਿਹਦੀ ਮਦਦ ਰਾਹੀਂ? ਹਮੇਸ਼ਾ ਹੀ ਜਿੱਥੇ ਵੀ ਇਹ ਗਏ ਨੇ, ਜਿਹੜੀਆਂ ਉੱਥੋਂ ਦੇ ਲੋਕਲ ਲਰਨਡ ਕਲਾਸ ਹੈ, ਉਹ ਤੋਂ ਮਦਦ ਲੈਂਦੇ ਸੀ। ਜਿਹਨਾਂ ਨੂੰ ਤਾਂ ਪਹਿਲਾਂ ਉਹ ਭਾਸ਼ਾ ਵੀ ਨਹੀਂ ਸੀ ਆਉਂਦੀ, ਉਹ ਧਰਮ ਦਾ ਕੁਛ ਪਤਾ ਨਹੀਂ ਸੀ ਹੁੰਦਾ, ਕੁਛ ਵੀ ਨਹੀਂ ਸੀ। ਹੁਣ ਹਿੰਦੁਸਤਾਨ 'ਚ ਲਰਨਡ ਕਲਾਸ ਕਿਹੜੀ ਸੀ? ਬਾਹਮਣ। ਉਹ ਤਾਂ ਮਨੋਪਲੀ ਸੀ ਕਿ ਦੂਜਿਆਂ ਨੂੰ ਤਾਂ ਸੰਸਕ੍ਰਿਤ ਦਾ ਉਹ ਤਾਂ ਪੜ੍ਹ ਵੀ ਨਹੀਂ ਸਕਦੇ ਸੀਗੇ। ਉਂਝ ਹੀ ਪਾਬੰਦੀ ਸੀਗੀ ਵੀ ਬਾਹਮਣ ਤੋਂ ਬਿਨਾਂ ਕੋਈ ਸੰਸਕ੍ਰਿਤ ਨਹੀਂ ਪੜ੍ਹ ਸਕਦਾ। ਸੋ ਉੱਥੇ ਆਲਰੇਡੀ ਮਨੋਪਲੀ ਹੈ ਨੌਲੇਜ ਦੇ ਉੱਤੇ। ਇਹਨਾਂ ਦਾ ਤਾਂ ਇੱਕ ਇਹ ਕਲਪਨਾ ਸੀ ਜਿਹੜਾ ਇਹਨੂੰ ਬੜਾ ਫੈਸੀਨੇਟ ਕੀਤਾ ਇਹਨਾਂ ਨੂੰ। ਹਿੰਦੁਸਤਾਨ ਦਾ ਜਿਹੜਾ ਸਿਸਟਮ ਹੈ ਬ੍ਰਾਹਮਣੀਕਲ, ਹੁਣ ਤਾਂ ਐਨਚਾਂਟਿੰਗ ਲੱਗਿਆ ਵੀ ਯਾਰ ਇਹ ਤਾਂ ਜੋ ਅਸੀਂ ਸੋਚਦੇ ਹਾਂ, ਹਜ਼ਾਰਾਂ ਸਾਲ ਇਹਨਾਂ ਨੇ ਬਿਨਾਂ ਕਿਸੇ ਨੂੰ ਡੰਡਾ ਮਾਰੇ ਤੋਂ ਪ੍ਰਵਾਨ ਹੀ ਕਰਵਾ ਲਈ ਗੱਲ ਵੀ ਹਾਂ ਜੀ ਇਸ ਤਾਂ ਨੀਵੇਂ ਆ, ਵੀ ਕਿਆ ਵੰਡਰਫੁਲ ਸਿਸਟਮ ਹੈ। ਸੋ ਹਿੰਦੁਸਤਾਨ ਬਾਰੇ ਜੋ ਕਲੋਨੀਅਲ ਨੌਲੇਜ ਰਚੀ ਗਈ, ਉਹ ਬਾਹਮਣ ਦੀ ਕੋਲੈਬੋਰੇਸ਼ਨ ਨਾਲ ਰਚੀ ਗਈ। ਗੀਤਾ ਦੀ ਟਰਾਂਸਲੇਸ਼ਨ ਇਹਨਾਂ ਨੇ ਕਰਵਾਈ। ਸਾਰੇ ਸਕ੍ਰਿਪਚਰ ਜਿਹੜੇ ਉਹਨਾਂ ਦੇ ਪੁਰਾਤਨ ਗ੍ਰੰਥ ਹੈ, ਸਾਰਿਆਂ ਦੀ ਟਰਾਂਸਲੇਸ਼ਨ ਇਹਨਾਂ ਨੇ ਕਰਾਈ। ਮਨੂ ਸਿਮਰਤੀ ਦੀ ਇਹਨਾਂ ਨੇ ਕਰਾਈ। ਸੋ ਇਹ ਕੋਲੈਬੋਰੇਟਿਵ ਕੰਮ ਸੀਗਾ। ਤੇ ਉਹਦੇ ਵਿੱਚੋਂ ਫਿਰ ਇਹਨਾਂ ਨੇ ਆਪ ਇਹ ਜਿਹੜਾ ਮੈਂ ਦੂਜੀਆਂ ਕਈ ਥਾਵਾਂ 'ਤੇ ਆਪਣੀਆਂ ਕਿਤਾਬਾਂ 'ਚ ਲਿਆਂਦਾ
ਕਿ ਜਿਹੜਾ ਇਹਨਾਂ ਨੇ ਇਹ ਡਿਫਾਈਨ ਕੀਤਾ ਵੀ ਇੰਡੀਆ 'ਚ ਭਾਵੇਂ ਡਿਵਰਸਿਟੀ ਬਹੁਤ ਹੈ ਪਰ ਓਵਰਆਲ ਇੱਕ ਹਿੰਦੂ ਵੀ ਜਿਹੜਾ ਵੀ ਹਿੰਦੁਸਤਾਨ 'ਚ ਜੰਮਿਆ ਉਹ ਹਿੰਦੂ ਧਰਮ ਦਾ ਹੀ ਪਾਰਟ ਹੈ। ਦੇ ਐਕਸੈਪਟਡ ਇਟ। ਫਿਰ ਇਹਨਾਂ ਨੇ ਐਸਟੈਬਲਿਸ਼ ਕੀਤਾ ਹੈ, ਉਹਨੂੰ ਪ੍ਰਚਾਰਿਆ ਦੁਨੀਆ ਦੇ ਵਿੱਚ ਸਾਰੇ ਥਾਵਾਂ ਦੇ ਉੱਤੇ। ਸੋ ਹਿੰਦੁਸਤਾਨ ਦਾ ਆਈਡੀਆ ਆਫ ਇੰਡੀਆ ਇਟ ਵਾਜ਼ ਨੋਵੇਅਰ ਪਹਿਲਾਂ, ਅੰਗਰੇਜ਼ਾਂ ਦੇ ਜਾਣ ਤੋਂ ਪਹਿਲਾਂ ਕੋਈ ਕਿਤੇ ਭਾਰਤ ਦਾ ਇਸ ਤਰ੍ਹਾਂ ਨਹੀਂ, ਸ਼ਬਦ ਹੀ ਨਹੀਂ ਸੀ। ਤੇ ਅੱਡ ਆਪਾਂ ਨੂੰ ਪਤਾ ਪ੍ਰਿੰਸਲੀ ਸਟੇਟਸ ਹੁੰਦੀਆਂ ਸੀਗੀਆਂ। ਸਿੱਖਾਂ ਨੂੰ ਦੇਸ਼ ਭਗਤ ਸਿੱਧ ਕਰਨ ਲਈ ਅਤੇ ਸਿੱਖ ਗੁਰੂਆਂ ਨੂੰ ਰਾਸ਼ਟਰਵਾਦ ਦੇ ਨਾਲ ਜੋੜਨ ਲਈ ਗੁਰੂ ਨਾਨਕ ਸਾਹਿਬ ਵੱਲੋਂ ਰਚਿਤ ਬਾਬਰ ਬਾਣੀ ਵਿੱਚ ਖੁਰਾਸਾਨ ਖੁਸਮਾਨਾ ਕੀਆ ਹਿੰਦੁਸਤਾਨ ਡਰਾਇਆ ਦੇ ਵਿੱਚ ਜੋ ਹਿੰਦੁਸਤਾਨ ਲਫ਼ਜ਼ ਕਿਹਾ ਗਿਆ ਉਸ ਨੂੰ ਅਜੋਕੇ ਭਾਰਤ ਦੇ ਨਾਲ ਜੋੜਿਆ ਗਿਆ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਾਡੇ ਪੜ੍ਹੇ ਲਿਖੇ ਵਿਦਵਾਨ, ਪ੍ਰੋਫੈਸਰ, ਪ੍ਰਿੰਸੀਪਲ ਇਹੋ ਜਿਹੀ ਗਲਤੀ ਕਰਦੇ ਹਨ। ਜਾਂ ਤੇ ਉਹ ਸਿਧਾਂਤਕ ਘੇਰਾਬੰਦੀ ਦਾ ਹਿੱਸਾ ਹਨ ਜਾਂ ਫਿਰ ਸਟੇਟ ਦੇ ਨਾਲ ਉਹਨਾਂ ਦੇ ਸਰੋਕਾਰ ਜੁੜੇ ਹੋਏ ਹਨ। ਜਿਹੜਾ ਗੁਰੂ ਨਾਨਕ ਸਾਹਿਬ ਨੇ ਵੀ ਬਾਬਰ ਬਾਣੀ 'ਚ ਵਰਤਿਆ ਕਿ ਹਿੰਦੁਸਤਾਨ ਡਰਾਇਆ। ਹਿੰਦੁਸਤਾਨ ਜਿਹੜਾ ਸੀਗਾ ਇੱਕ ਪਾਰਟੀਕੂਲਰ ਰੀਜਨ ਸੀ, ਦਿੱਲੀ ਤੋਂ ਲੈ ਕੇ ਅੱਗੇ ਜਮਨਾ ਤੱਕ ਦਾ। ਹੁਣ ਆਪਣੇ ਤੁਸੀਂ ਅੰਗਰੇਜ਼ਾਂ ਦੀਆਂ ਫੌਜਾਂ 'ਚ ਇਹ ਸੀ ਵੀ ਹਿੰਦੁਸਤਾਨੀ ਆਰਮੀ, ਬੰਗਾਲੀ ਆਰਮੀ, ਮਰਾਠੀ ਆਰਮੀ ਅਤੇ ਆਪਣੀ ਅੱਡ ਮਦਰਾਸੀ ਅੱਡ ਸੀਗੇ, ਮਦਰਾਸੀ ਰੈਜੀਮੈਂਟ ਅਤੇ ਹਿੰਦੁਸਤਾਨੀ ਯੂਨਿਟਸ। ਸੋ ਜਦੋਂ ਪੰਜਾਬ ਕਬਜ਼ੇ 'ਚ ਲਿਆ ਇਹਨਾਂ ਨੇ ਉਹ 'ਚ ਮੇਨਲੀ ਹਿੰਦੁਸਤਾਨੀ ਫੌਜਾਂ ਵਰਤੀਆਂ, ਜਿਹਨੂੰ ਕਹਿੰਦੇ ਹੁੰਦੇ ਸੀ ਪੂਰਬੀਏ। ਤੇ ਉਹਨਾਂ ਨੇ ਵੱਧ ਜ਼ੁਲਮ ਕੀਤੇ ਜਾ ਕੇ, ਸਭ ਤੋਂ ਵੱਧ। ਸੋ ਇਸ ਕਰਕੇ ਇਹ ਜਿਹੜਾ ਸੀਗਾ ਨਾ ਇੱਕ ਆਈਡੀਆ ਆਫ ਇੰਡੀਆ, ਇਹ ਅੰਗਰੇਜ਼ਾਂ ਨੇ ਤੇ ਹਿੰਦੁਸਤਾਨ ਦੇ ਬ੍ਰਾਹਮਣੀਕਲ ਐਲੀਟ ਨੇ ਰਲ ਕੇ ਇਹ ਦਿੱਤਾ। ਫਿਰ ਉਹਦੀ ਜੜ ਲਾਈ ਲੋਕਾਂ ਦੇ ਦਿਮਾਗਾਂ 'ਚ, ਐਜੂਕੇਸ਼ਨ ਸਿਸਟਮ, ਮੀਡੀਏ ਅਤੇ ਪਬਲਿਕ ਡਿਸਕੋਰਸ ਰਾਹੀਂ। ਕਾਂਗਰਸ ਜਮਾਤ ਬਣ ਗਈ ਬਹੁਤ ਵੱਡੀ, ਜਿਹਨੇ ਇਸ ਗੱਲ ਨੂੰ ਪ੍ਰੋਪੇਗੇਟ ਕੀਤਾ। ਸੋ ਉਹ ਇਹ ਇਸ ਤਰ੍ਹਾਂ ਬਣਿਆ ਹੌਲੀ ਹੌਲੀ। ਅਤੇ ਉਹਨਾਂ ਕੋਲ ਤਾਂ ਇੱਕ ਪੂਰੀ ਗਲੈਕਸੀ ਹੈ ਜੀ, ਐਡੇ ਸਕੋਲਰ ਸੀਗੇ। ਰਾਜਾ ਰਾਮ ਮੋਹਨ ਰਾਏ ਤੋਂ ਲੈ ਕੇ ਵਿਵੇਕਾਨੰਦ ਤੋਂ ਲੈ ਕੇ ਜਿਹੜਾ ਰਵਿੰਦਰਨਾਥ ਟੈਗੋਰ ਹੈ ਇਹਦੇ ਦਾਦੇ ਤੋਂ ਲੈ ਕੇ ਪੂਰੀ ਇੱਕ ਪੀੜ੍ਹੀ ਸੀ। ਮਤਲਬ ਬੰਗਾਲੀਆਂ ਕੋਲ ਤਾਂ ਕੋਈ ਹਿਸਾਬ ਹੀ ਨਹੀਂ, ਐਡੇ ਸਕੋਲਰ ਸੀਗੇ। ਉਹਨਾਂ ਨੇ ਇਹ ਸਾਰਾ ਕੰਮ ਕੀਤਾ। ਤੋ ਇਹ ਕੰਮ ਕਰਕੇ ਫਿਰ ਉਹਨਾਂ ਨੇ ਇੱਕ ਇੰਡੀਅਨ ਨੇਸ਼ਨ ਦਾ ਕਨਸੈਪਟ ਜਿਹੜਾ ਤਸੱਵਰ ਹੈ ਉਹ ਲਿਆਂਦਾ ਜੀ। ਹੁਣ ਉਹ ਇੱਕ ਆਈਡੀਆ ਹੀ ਸੀ ਨਾ, ਨੋਸ਼ਨ ਸੀ, ਇਟ ਵਾਜ਼ ਨਾਟ ਏ ਨੇਸ਼ਨ। ਉਹ ਨੋਸ਼ਨ ਨੂੰ ਫਿਰ ਨੇਸ਼ਨ ਬਣਾਉਣਾ ਹੈ। ਉਹਦੇ 'ਚ ਫਿਰ ਦੋ ਢੰਗ ਚੱਲਦੇ ਆ ਵੀ ਇੱਕ ਤਾਂ ਇਹ ਵੀ ਤੁਸੀਂ ਦਿਮਾਗਾਂ 'ਚ ਬਾੜੋ ਲੋਕਾਂ ਦੇ, ਐਜੂਕੇਸ਼ਨ ਸਿਸਟਮ ਰਾਹੀਂ, ਮੀਡੀਏ ਰਾਹੀਂ ਅਤੇ ਪਬਲਿਕ ਡਿਸਕੋਰਸ ਰਾਹੀਂ। ਅਤੇ ਜਿਹੜੇ ਬੰਦੇ ਨਹੀਂ ਮੰਨਦੇ ਉਹਨਾਂ ਨੂੰ ਡਰਾਓ, ਉਹਨਾਂ ਨੂੰ ਕੁੱਟ ਕੇ ਮਾਰੋ, ਉਹਨਾਂ ਨੂੰ ਲਿਮੀਨੇਟ ਵੀ ਕਰਨਾ ਪਵੇ, ਲਿਮੀਨੇਟ ਕਰ ਦਿਓ। ਪਰ ਇਹ ਆਈਡੀਆ ਜਿਹੜਾ ਇਹ ਚੈਲੰਜ ਨਹੀਂ ਹੋਣਾ ਚਾਹੀਦਾ ਬਸ। ਕਿ ਜਿਸ ਹਿੰਦੁਸਤਾਨ ਦੀ ਗੁਰੂ ਨਾਨਕ ਨੇ ਗੱਲ ਕੀਤੀ ਉਹ ਅਜੋਕਾ ਭਾਰਤ ਨਹੀਂ ਹੈ। ਇਹ ਜਿਹੜਾ ਸਿੰਧ ਦਾ ਇਲਾਕਾ ਸੀਗਾ ਇਹਨੂੰ ਸਿੰਧੂ ਬੋਲਦੇ ਸੀ ਕੋਈ, ਉਹ ਸਿੰਧੂ ਤੋਂ ਹਿੰਦੂ ਬੋਲਣ ਡੇ ਪਏ। ਔਰ ਜਿਹੜੇ ਸਾਡੇ ਹੈਗੇ ਨਾ ਜੀ ਭਾਈ ਕਾਨ ਸਿੰਘ ਨਾਭਾ, ਉਹਨਾਂ ਨੇ ਵੀ ਇਹ ਗੱਲ ਲਿਖੀ ਹੈ ਵੀ ਇਹ ਜਿਹੜਾ ਉਹਨੇ ਇੱਕ ਇਲਾਕੇ ਨੂੰ ਜਿਹੜਾ ਇਹ ਲਫ਼ਜ਼ ਹਿੰਦੁਸਤਾਨ ਵਰਤਿਆ ਗਿਆ, ਨਾ ਕਿ ਅਜੋਕੇ ਭਾਰਤ ਲਈ। ਇੱਕ ਗੱਲ ਤਾਂ ਇਹ ਹੋ ਗਈ। ਦੂਜੀ ਜਿਹੜੀ ਉਹਨਾਂ ਨੇ ਹਵਾਲਾ ਦਿੱਤਾ ਗੁਰੂ ਨਾਨਕ ਦੇਵ ਜੀ ਵੱਲੋਂ ਜਿਹੜੇ ਹਿੰਦੁਸਤਾਨ ਦਾ ਜ਼ਿਕਰ ਕੀਤਾ ਗਿਆ ਉਹ ਅਜੋਕਾ ਭਾਰਤ ਨਹੀਂ ਹੈ। ਇਸ ਨੁਕਤੇ ਬਾਰੇ ਕੁਝ ਵਿਦਵਾਨਾਂ ਦਾ ਸਪਸ਼ਟੀਕਰਨ ਜਿਹੜਾ ਇਸ ਪ੍ਰਕਾਰ ਹੈ, ਬਹੁਤ ਆ ਪਰ ਮੈਂ ਇਹਨਾਂ ਕੋ ਪੜ੍ਹ ਦਿੰਦਾ। ਉਹ ਕਹਿੰਦੇ 1930 ਵਿੱਚ ਹਿੰਦੀ ਭਾਸ਼ਾ ਕੌਮ ਦੇ ਏਕੀਕਰਨ ਦਾ ਸਵਾਲ ਉਠਾਉਂਦਿਆਂ ਹੋਇਆਂ ਡਾਕਟਰ ਧੀਰੇਂਦਰ ਵਰਮਾ ਨੇ ਹਿੰਦੀ ਕੌਮ ਜਾਂ ਸੂਬਾ ਹਿੰਦੁਸਤਾਨ ਨਾਮੀ ਕਿਤਾਬ ਛਪਵਾਈ। ਇਸ ਕਿਤਾਬ ਦੇ 4 ਲੇਖ 1922 'ਚ ਛਪ ਚੁੱਕੇ ਆ। 1946 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਨੇ ਸੰਵਿਧਾਨ ਸਭਾ ਲਈ ਜੋ ਮਸੌਦਾ ਤਿਆਰ ਕੀਤਾ
ਉਹਦੇ ਵਿੱਚ ਭਾਸ਼ਾ ਦੇ ਆਧਾਰ ਤੇ ਬਣਨ ਵਾਲੇ ਰਾਜਾਂ ਵਿੱਚੋਂ ਇੱਕ ਨਾਂ ਹਿੰਦੁਸਤਾਨ ਵੀ ਰੱਖਿਆ ਕਿ ਇਹ ਹਿੰਦੁਸਤਾਨ ਇੱਕ ਸੂਬਾ, ਨਾ ਕਿ ਦੇਸ਼। ਇਹ ਉਹਨਾਂ ਦੇ ਆਪਣੀ ਜਿਹੜੀ ਖੋਜ ਹੈ ਉਹ ਕਹਿ ਰਹੀ ਹੈ। ਭਾਸ਼ਾ ਸ਼ਾਸਤਰੀ ਡਾਕਟਰ ਸੁਨੀਤੀ ਕੁਮਾਰ ਚੈਟਰਜੀ ਨੇ ਹਿੰਦੁਸਤਾਨ ਸ਼ਬਦ ਦੀ ਵਰਤੋਂ ਦਾ ਇਤਿਹਾਸ ਦੱਸਦਿਆਂ ਹੋਇਆਂ ਲਿਖਿਆ ਹੈ, ਹਿੰਦੁਸਤਾਨੀ ਸ਼ਬਦ ਦਾ ਅਰਥ ਹੁੰਦਾ ਹੈ ਭਾਸ਼ਾ, ਅਤੇ ਹਿੰਦੁਸਤਾਨ 'ਚ ਸ਼ਬਦ ਮੁਸਲਮਾਨ ਕਾਲ ਵਿੱਚ ਆਪਣੇ ਸੀਮਤ ਅਰਥ ਵਿੱਚ ਪੰਜਾਬ ਤੇ ਬੰਗਾਲ ਦੇ ਵਿਚਕਾਰਲੇ ਉੱਤਰੀ ਭਾਰਤੀ ਮੈਦਾਨੀ ਇਲਾਕੇ ਲਈ ਵਰਤਿਆ ਗਿਆ। ਪੂਰਬੀ ਹਿੰਦੀ ਭਾਵ ਬਿਹਾਰੀ ਬੋਲਣ ਵਾਲਾ ਪੂਰਬੀ ਉੱਤਰ ਪ੍ਰਦੇਸ਼ ਭਾਵ ਬਿਹਾਰ ਦਾ ਭਾਗ, ਜਿਸ ਨੂੰ ਪੂਰਬ ਕਿਹਾ ਜਾਂਦਾ ਸੀ, ਇਸੇ ਹਿੰਦੁਸਤਾਨ ਦਾ ਇੱਕ ਹਿੱਸਾ ਸੀ। ਬੰਗਾਲ ਵਿੱਚ ਹਿੰਦੁਸਤਾਨੀ ਜਾਂ ਪੱਛਮੀ ਭਾਸ਼ਾ ਕਿਹਾ ਜਾਂਦਾ ਹੈ, ਪਰੰਤੂ ਪੰਜਾਬੀ ਜਾਂ ਰਾਜਸਥਾਨ ਦੇ ਨਿਵਾਸੀ ਮਾਰਵਾੜੀ ਇਹਨਾਂ ਸ਼ਬਦਾਂ ਨਾਲੋਂ ਵੱਖਰੇ ਸਮਝਦੇ ਹਨ। ਸ਼ਾਰਟਕੱਟ ਇਹ ਕਿ ਅੱਜ ਵਾਲਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਿਹੜਾ ਹਿੰਦੁਸਤਾਨ ਦਾ ਲਫ਼ਜ਼ ਵਰਤਿਆ, ਉਹ ਅੱਜ ਵਾਲਾ ਭਾਰਤ ਨਹੀਂ ਹੈ। ਅਗਲੀ ਗੱਲ, ਇਹਨੂੰ ਇਹਨਾਂ ਦੇ ਹੀ ਜਿਹੜਾ ਡਾਕਟਰ ਸਾਵਰਕਰ ਆ, ਉਹਨੇ ਵੀ ਇਹ ਗੱਲ ਮੰਨੀ ਹੈ। ਉਹਨੇ ਲਿਖਿਆ ਕਿ ਇਹ ਜਿਹੜਾ ਪਰਿਭਾਸ਼ਾ ਨੂੰ ਛੱਡ ਕੇ ਉਹ ਕਹਿੰਦੇ ਹਿੰਦੂ ਉਹੀ ਆ ਜੋ ਸਿੰਧੂ ਤੋਂ ਸਾਗਰ ਤੱਕ ਫੈਲੀ ਹੋਈ ਇਸ ਭੂਮੀ ਨੂੰ ਆਪਣਾ ਪਿਛੋਕੜ ਮੰਨਦਾ। ਉਨੀ ਭੂਮੀ ਨੂੰ ਇਹ ਸਾਵਰਕਰ ਕਹਿ ਰਹੇ, ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ। ਉਹ ਵੀ ਹਿੰਦੁਸਤਾਨ ਨੂੰ ਉਨਾ ਹਿੱਸਾ ਹੀ ਮੰਨਦੇ ਆ, ਲਿਖਤੀ ਤੌਰ ਤੇ। ਭਾਈ ਕਾਹਨ ਸਿੰਘ ਨਾਭਾ ਨੇ ਤਾਂ ਬਹੁਤ ਕਲੀਅਰ ਕੀਤੀ ਹੋਈ ਹੈ। ਉਹ ਕਹਿੰਦੇ ਕਿ ਇਹ ਸਿੰਧੂ ਲਫ਼ਜ਼ ਸੀਗਾ, ਸਿੰਧੂ ਦੇ ਥਾਂ ਉਹਨਾਂ ਨੇ ਹਿੰਦ ਕਹਿਣਾ ਸ਼ੁਰੂ ਕਰ ਦਿੱਤਾ। ਆਸ-ਪਾਸ ਦੇ ਇਲਾਕੇ ਉਹ ਪ੍ਰਾਚੀਨ ਲੋਕ ਜੋ ਆਰੀਆ ਕਹਾਉਂਦੇ ਸੀ, ਵਿਦੇਸ਼ੀਆਂ ਨੇ ਇਹਨਾਂ ਨੂੰ ਹਿੰਦੂ ਲਿਖਿਆ। ਹੁਣ ਸਾਰੇ ਭਾਰਤੀ ਵਾਸੀਆਂ ਲਈ ਇਹ ਸ਼ਬਦ ਵਰਤਿਆ ਜਾਂਦਾ। ਵੈਦਿਕ ਧਰਮ ਧਾਰਨ ਵਾਲਾ ਹਿੰਦੂ ਜਿਹੜਾ ਇਹ ਹੁਣ ਕਹਿੰਦੇ ਆ, ਪਰ ਹਿੰਦੂ ਧਰਮ ਦੀ ਪਰਿਭਾਸ਼ਾ ਅੱਜ ਤੱਕ ਕੋਈ ਵੀ ਸਿੱਧ ਨਹੀਂ ਹੋ ਸਕੀ। ਇਹ ਭਾਈ ਕਾਹਨ ਸਿੰਘ ਨਾਭਾ, ਡਾਕਟਰ ਸਾਵਰਕਰ, ਇਹ ਗੱਲ ਕਲੀਅਰ ਹੋ ਗਈ ਕਿ ਜਿਹੜਾ ਗੁਰੂ ਨਾਨਕ ਸਾਹਿਬ ਜਦੋਂ ਲਫ਼ਜ਼ ਵਰਤਿਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਉਹ ਅੱਜ ਵਾਲਾ ਭਾਰਤ ਨਹੀਂ ਹੈ, ਉਹ ਇੱਕ ਹਿੱਸੇ ਲਈ ਲਫ਼ਜ਼ ਵਰਤਿਆ ਗਿਆ। ਸਪਸ਼ਟ ਹੋ ਗਈ ਗੱਲ, ਔਰ ਇਹ ਸਾਰੇ ਤੱਥਾਂ ਦੇ ਆਧਾਰ 'ਤੇ ਹੈ, ਅਸੀਂ ਆਪਣੇ ਕੋਲ ਕੁਛ ਨਹੀਂ ਕਹਿੰਦੇ। ਹੁਣ ਇਹ ਜਿਹੜੇ ਹੈਗੇ ਆ RSS ਵਾਲੇ, ਉਹ ਇਹਨੂੰ ਕਿੱਦਾਂ ਪਹੁੰਚਾਉਂਦੇ ਆ? ਉਹ ਕਹਿੰਦੇ ਆ ਇਹ ਹੁਣ ਇਹ ਕਈ ਵਾਰੀ ਤੁਸੀਂ ਮੋਹਨ ਭਾਗਵਤ ਦੇ ਮੂੰਹ ਵੀ ਗੱਲ ਸੁਣੀਏ ਵੀ ਇਹ ਗੁਰੂ ਨਾਨਕ ਨੇ ਕਿਹਾ ਸੀ ਇਹ ਹਿੰਦੁਸਤਾਨ ਸੰਭਲੇਗਾ। ਹੁਣ ਉਹ ਇਹਦੇ ਅਰਥ ਇੱਦਾਂ ਲੈਂਦੇ ਆ, ਵੈਸੇ ਸਹੀ ਤਾਂ ਹੈਗਾ, ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਈ ਸੀ ਸੱਚ ਕੀ ਬੇਲਾ। ਦਾ ਅਰਥ RSS ਇਹ ਕੱਢ ਕੇ ਸਿੱਖਾਂ ਨੂੰ ਗੁੰਮਰਾਹ ਕਰ ਰਹੀ ਹੈ ਤੇ ਬਾਣੀ ਦੇ ਅਰਥਾਂ ਨੂੰ ਤਰੋੜ ਮਰੋੜ ਰਹੀ ਹੈ। ਉਹ ਇਹਦੇ ਅਰਥ ਕਰਦੇ ਆ ਹਿੰਦੁਸਤਾਨ ਸੰਭਲੇਗਾ ਤੇ ਉਸ ਦਾ ਬੋਲਬਾਲਾ ਹੋਵੇਗਾ। ਅਸਲ ਸ਼ਬਦ ਜਿਹੜਾ ਉਹ ਇਸ ਤਰ੍ਹਾਂ ਹੈ, ਸੱਚਾ ਸੋ ਸਾਹਿਬ ਸੱਚ ਤਮਾਵਸ, ਸੱਚੜਾ ਨਿਆਓ ਕਰੇਗਾ ਮਸੂਲਾ, ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨੀ ਸਮਾਰ ਸੀ ਬੋਲਾ। ਦੇ ਸਹੀ ਅਰਥ ਇਸ ਤਰ੍ਹਾਂ ਕਿ ਪ੍ਰਭੂ ਦੇ ਅਟਲ ਨਿਯਮਾਂ ਦੇ ਅਨੁਸਾਰ ਇਸ ਵੇਲੇ ਸੈਦਪੁਰ ਵਿੱਚ ਹਰ ਪਾਸੇ ਮਨੁੱਖ ਸਰੀਰ ਰੂਪੀ ਕੱਪੜਾ ਟੋਟੇ ਟੋਟੇ ਹੋ ਰਿਹਾ ਹੈ। ਇਸ ਘਟਨਾ ਨੂੰ ਇਹ ਜਿਹੜਾ ਇਲਾਕਾ ਹਿੰਦੁਸਤਾਨ ਦਾ ਭੁੱਲੇਗਾ ਨਹੀਂ। ਇਹਦੇ ਅਸਲ ਅਰਥ ਜਿਹੜੇ ਉਹ ਇਹ ਬਣਦੇ। ਪਰ ਇਹ RSS ਜਿਹੜੀ ਹੈ ਇਹ ਇਸ ਗੱਲ 'ਤੇ ਬਹੁਤ ਜ਼ੋਰ ਦੇ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ 'ਚ ਹਿੰਦੁਸਤਾਨ ਲਫ਼ਜ਼ ਆਇਆ ਅਤੇ ਗੁਰੂ ਨਾਨਕ ਸਾਹਿਬ ਜਿਹੜੇ ਇੱਕ ਰਾਸ਼ਟਰਵਾਦੀ ਸੀ, ਗੁਰੂ ਨਾਨਕ ਸਾਹਿਬ ਨੇ ਉੱਥੇ ਹਿੰਦੁਸਤਾਨ ਦਾ ਲਫ਼ਜ਼ ਜਿਹੜਾ ਵਰਤਿਆ ਉਹ ਅੱਜ ਵਾਲੇ ਭਾਰਤ ਲਈ ਨਹੀਂ। ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ RSS ਵੱਲੋਂ ਬਾਰ-ਬਾਰ ਇਹ ਤਕਰੀਰ ਕੀਤੀ ਜਾਂਦੀ ਹੈ ਕਿ ਭਾਰਤ ਵਿੱਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ। ਕੀ ਇਹ ਹਿੰਦੂ ਲਫ਼ਜ਼ ਕਿਸੇ ਸਨਾਤਨ ਧਰਮ ਗ੍ਰੰਥ ਦੇ ਵਿੱਚ ਮੌਜੂਦ ਹੈ ਜਾਂ ਫਿਰ ਘੱਟ ਗਿਣਤੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ
ਇਹ ਪ੍ਰੋਪੇਗੈਂਡਾ ਖੜਾ ਕੀਤਾ ਗਿਆ ਹੈ। ਨੇਸ਼ਨ ਬਿਲਡਿੰਗ ਦਾ ਪ੍ਰੋਸੈਸ ਹੈ, ਇਹ ਇੱਕ ਯੂਨੀਫਾਰਮਿਟੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਡਿਵਰਸਿਟੀ ਨੂੰ ਖਤਮ ਕਰ। 80ਵੇਂ ਦੇ ਦਹਾਕੇ ਵਿੱਚ ਇਕੱਲੇ ਪੰਜਾਬ ਹੀ ਨਹੀਂ, ਪੂਰੇ ਭਾਰਤ ਵਿੱਚ ਬਹੁਤ ਸਾਰੀਆਂ ਲਹਿਰਾਂ ਚੱਲ ਰਹੀਆਂ ਸਨ, ਪਰ ਸਿੱਖਾਂ ਨੂੰ ਮੇਨ ਨਿਸ਼ਾਨੇ ਤੇ ਰੱਖਿਆ ਗਿਆ। ਸਿੱਖਾਂ ਤੋਂ ਖਤਰਾ ਬਹੁਤ ਵੱਡਾ ਸਟੇਟ ਨੂੰ, ਕਿਉਂਕਿ ਜੇ ਸਿੱਖ ਪਾਸੇ ਜਾਂਦੇ ਨੇ ਇਹਨਾਂ ਦੀ ਸਾਰੀ ਸਟੇਟ ਕੋਲੈਪਸ ਹੁੰਦੀ। ਜਾਤ ਪਾਤੀ ਹੰਕਾਰ ਨਾਲ ਜੁੜਿਆ ਹੋਇਆ ਵਰਗ ਹੈਗਾ ਜਿਹੜਾ ਉਹ ਰਾਜ ਚਲਾ ਰਿਹਾ, ਤਾਂ ਜਿਸ ਤਰ੍ਹਾਂ ਉਹ ਮਾਨਸਿਕ ਤੌਰ ਤੇ ਗੁਲਾਮ ਬਣਾ ਰਿਹਾ ਲੋਕਾਂ ਨੂੰ, ਉਹ ਗੁਲਾਮੀ ਆ ਫਿਰ ਲੋਕਾਂ ਨੇ ਟੁੱਟਣੀ ਸੀ। ਜਿੱਦੇ ਸਿੱਖ ਜਾਗਰੂਕ ਹੋ ਜਾਣਗੇ, ਜਿੱਦੇ ਸਿੱਖ ਸੌਬਰਿਲ ਹੋ ਜਾਣਗੇ, ਉੱਤੇ ਫਿਰ ਇਹ ਨਕਸ਼ੇ, ਇਸ ਖਿੱਤੇ ਦਾ ਨਕਸ਼ਾ ਇਹ ਨਹੀਂ ਰਹਿਣਾ। ਜੋ ਵੱਡੇ ਖੁਲਾਸੇ ਹੁਣ ਸਾਹਮਣੇ ਆ ਰਹੇ ਹਨ, ਉਹਨਾਂ ਤੋਂ ਪਤਾ ਲੱਗਦਾ ਹੈ ਕਿ ਮੀਡੀਆ ਵੱਲੋਂ ਸਿੱਖਾਂ ਨੂੰ ਨੀਵਾਂ ਦਿਖਾਉਣ ਲਈ ਕੋਈ ਕਸਰ ਨਹੀਂ ਛੱਡੀ ਗਈ। ਆਪਾਂ ਮੀਡੀਆ ਦੇ ਵੱਡੇ ਹਿੱਸੇ ਦੇ ਉੱਤੇ ਅਗਰ ਆਉਂਦੇ ਹਾਂ ਤਾਂ ਉਹਦੇ ਵਿੱਚ ਵੀ ਸਾਡੇ ਗੁਰੂ ਪਾਤਸ਼ਾਹ ਦੀ ਜਿਹੜਾ ਕੱਦ ਆ ਉਹਨੂੰ ਬਿਲਕੁਲ ਬੌਣਾ ਕਰਕੇ ਔਰ ਇੱਕ ਰਾਸ਼ਟਰਵਾਦੀ ਲੈਵਲ ਤੱਕ ਲਿਆਉਣ ਦੀ ਜਿਹੜੀ ਕੋਝੀ ਸਾਜ਼ਿਸ਼ ਆ ਉਹ ਕੀਤੀ ਗਈ। ਇਹ ਹਦਾਇਤਾਂ ਕੀ ਹੁੰਦੀਆਂ ਸੀ ਕਿ ਖਬਰ ਨੂੰ ਆ ਟਿੰਜ ਦੇਣੀ। ਸਮਝ ਲਓ ਇਹ ਵੀ ਜਿਹੜੇ ਬੰਦੇ ਲੜ ਰਹੇ ਨੇ, ਤੁਸੀਂ ਉਹਨਾਂ ਬਾਰੇ ਟਰਮ ਕਿਹੜੀ ਵਰਤਣੀ? ਗਿਵ ਦੀ ਡੌਗ ਏ ਬੈਡ ਨੇਮ ਐਂਡ ਕਿਲ।